Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ। ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਹੈਪੀ ਨਿਊ ਈਅਰ ਟੂ ਆਲ ਆਫ ਯੂ। ਤੇ ਆਸ ਕਰਦੇ ਹਾਂ ਕਿ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਹੋਵੇ। ਤੇ ਬਾਕੀ ਆਹ ਸਾਲ ਦੀਆਂ ਜਿਹੜੀਆਂ ਹੁਣ ਨਵੀਆਂ ਡਿਵੈਲਪਮੈਂਟਸ ਹੋਣਗੀਆਂ ਉਹਦੇ ਬਾਰੇ ਜਿਵੇਂ ਸਮਾਂ ਬਣਿਆ ਜਾਣਕਾਰੀ ਦੇਵਾਂਗੇ। ਤੇ ਪਿਛਲੇ ਕਿਉਂਕਿ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਕੋਈ ਇਮੀਗ੍ਰੇਸ਼ਨ ਦੀ ਜ਼ਿਆਦਾ ਜਿਹੜੀ ਹੈਗੀ ਸਰਗਰਮੀ ਨਹੀਂ ਹੋਈ। ਤੇ ਜਿਹੜਾ ਬਿੱਲ ਸੀਗਾ ਸੈਨੇਟ ਨੇ ਟੇਕ ਓਵਰ ਕਰਨਾ ਸੀ, ਜਿਹੜਾ ਕਿ ਹਾਊਸ ਨੇ ਪਾਸ ਕਰਕੇ ਭੇਜਿਆ ਰਿਫਾਰਮ ਬਾਰੇ, ਉਹਦਾ ਵੀ ਅਜੇ ਕੁਝ ਨਹੀਂ ਹੋਇਆ, ਅਜੇ ਵਿੱਚ ਹੀ ਆ। ਤੇ ਤੁਹਾਨੂੰ ਲਾਸਟ ਟਾਈਮ ਮੈਂ ਦੱਸਿਆ ਹੀ ਸੀ ਵੀ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਨੇ ਐਲਿਜ਼ਬeth, ਉਹਨਾਂ ਨੇ ਉਹ ਕਹਿਤਾ ਵੀ ਜਿਹੜਾ ਇਮੀਗ੍ਰੇਸ਼ਨ ਦੀ ਪ੍ਰੋਵੀਜ਼ਨ ਆ ਵਿੱਚ ਐਡ ਨਹੀਂ ਹੋ ਸਕਦੀ। ਉਹਦੇ ਬਾਰੇ ਹੁਣ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਹੈਗੀ ਆ ਉਹ ਵਿਚਾਰ ਕਰ ਰਹੀ ਆ ਕਿ ਇਹਦੇ 'ਤੇ ਕੀ ਕਰਨਾ, ਇਹਨੂੰ ਐਡ ਕਿਸ ਤਰ੍ਹਾਂ ਕਰਨਾ ਜਾਂ ਉਹਨੂੰ ਓਵਰ ਰੂਲ ਕਰਨਾ ਜਾਂ ਨਹੀਂ ਕਰਨਾ। ਸੋ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਹੁਣ ਦੇਖਦੇ ਹਾਂ ਜੇ ਇਸ ਮਹੀਨੇ ਜਾਂ ਅਗਲੇ ਜਦੋਂ ਵੀ ਇਹਨੂੰ ਟੇਕ ਓਵਰ ਕੀਤਾ ਜਾਂਦਾ ਤੇ ਉਹਦੇ ਵਿੱਚ ਕੀ ਚੇਂਜਸ ਹੁੰਦੀਆਂ ਨੇ, ਕੀ ਇਮੀਗ੍ਰੇਸ਼ਨ ਉਸ ਬਿੱਲ ਦੇ ਵਿੱਚ ਟਿਕ ਪਾਏਗੀ ਕਿ ਨਹੀਂ ਪਾਏਗੀ, ਇਹ ਹੁਣ ਸਮਾਂ ਹੀ ਦੱਸੇਗਾ। ਪਰ ਅਜੇ ਤੱਕ ਜਿਹੜੀ ਰਿਫਾਰਮ ਦੀ ਜਿਹੜੀ ਗੱਲ ਹੈਗੀ ਆ ਉਹ ਅਜੇ ਕਿਸੇ ਪਾਸੇ ਅੱਗੇ ਨਹੀਂ ਤੁਰੀ। ਤੇ ਹੁਣ ਹੋਪਫੁਲੀ ਦੇਖਦੇ ਹਾਂ ਕਿ ਕੀ ਆਉਣ ਵਾਲੇ ਸਮੇਂ 'ਚ ਹੋਏਗਾ। ਇਹ ਤੋਂ ਇਲਾਵਾ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ, ਉਹਦੇ ਬਾਰੇ ਮੈਂ ਦੱਸਿਆ ਸੀ ਵੀ ਲਾਗੂ ਹੋ ਗਈ ਆ ਦਸੰਬਰ ਦੇ ਵਿੱਚ, ਲੇਕਿਨ ਇਹ ਕਲੀਅਰ ਨਹੀਂ ਸੀ ਕਿ ਉਹ ਆਪਣੇ ਜਿਹੜੇ ਬੰਦੇ ਉੱਧਰੋਂ ਆਉਂਦੇ ਹੈਗੇ ਆ ਇੰਡੀਆ ਤੋਂ ਜਾਂ ਪੰਜਾਬ ਤੋਂ ਜਾਂ ਉਹਨਾਂ ਮੁਲਕਾਂ ਤੋਂ, ਉਹਨਾਂ 'ਤੇ ਲਾਗੂ ਹੁੰਦੀ ਹੈ ਕਿ ਨਹੀਂ। ਪਰ ਜਿਹੜੇ ਹੁਣ ਰੀਸੈਂਟਲੀ ਬੰਦੇ ਆਏ ਆ, 4 ਬੰਦੇ ਅਸੀਂ ਪਿਛਲੇ ਹਫ਼ਤੇ ਕਢਾਏ ਨੇ ਡਿਟੈਂਸ਼ਨ ਸੈਂਟਰਾਂ ਤੋਂ, ਜਿਹੜੇ ਹੁਣ ਆਏ ਆ 20 ਦਸੰਬਰ ਤੋਂ ਬਾਅਦ, ਤੇ ਉਹਨਾਂ 'ਤੇ ਲਾਗੂ ਨਹੀਂ ਹੋਈ। ਸੋ ਲੱਗ ਰਿਹਾ ਕਿ ਜਿਹੜੇ ਪੰਜਾਬ ਵਾਲੇ ਬੰਦੇ ਨੇ ਜਾਂ ਇੰਡੀਆ ਵਾਲੇ ਨੇ, ਉਹਨਾਂ 'ਤੇ ਜਿਹੜੀ ਰਿਮੇਨ ਇਨ ਮੈਕਸੀਕੋ ਪਾਲਿਸੀ ਆ ਉਹ ਲਾਗੂ ਨਹੀਂ ਹੋ ਰਹੀ, ਉਹਨਾਂ ਨੂੰ ਐਂਟਰੀ ਦੇ ਰਹੇ ਨੇ। ਤੇ ਬਹੁਤਿਆਂ ਨੂੰ ਤਾਂ ਇਹ ਜਿਹੜਾ ਹੈਗਾ ਆਈਸ ਵਾਲੇ ਆਪ ਹੀ ਛੱਡ ਦਿੰਦੇ ਹੈਗੇ ਆ ਬਿਨਾਂ ਕਿਸੇ ਬੌਂਡ ਤੋਂ, ਉਹਨਾਂ ਦੇ ਪੈਰ 'ਤੇ ਮੋਨੀਟਰ ਲਾ ਦਿੰਦੇ ਆ। ਉਦੋਂ ਬਾਅਦ ਉਹਨਾਂ ਨੂੰ ਕੋਰਟ ਦੀ ਡੇਟ ਮਿਲ ਜਾਂਦੀ ਹੈ। ਤੇ ਕਈਆਂ ਨੂੰ ਫਿਰ ਉਹ ਜਿਹੜੇ ਇਮੀਗ੍ਰੇਸ਼ਨ ਕੈਂਪ 'ਚ ਭੇਜ ਕੇ ਤੇ ਇਮੀਗ੍ਰੇਸ਼ਨ ਜੱਜਾਂ ਅੱਗੇ ਪੇਸ਼ ਕਰਦੇ ਨੇ, ਫਿਰ ਜੱਜ ਬਾਉਂਡ ਕਰਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪ੍ਰੋਸੀਜਰ ਹੈ। ਤੇ ਅਜੇ ਤੱਕ ਆਪਣੇ ਕਿਸੇ ਵੀ ਜਿਹੜੇ ਬੰਦੇ ਇੰਡੀਆ ਤੋਂ ਆ ਰਹੇ ਨੇ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿ ਕੇ ਆਪਣਾ ਕੇਸ ਲੜਨ ਵਾਸਤੇ ਮਜਬੂਰ ਨਹੀਂ ਕੀਤਾ ਗਿਆ। ਪਰ ਇਹਦੇ ਨਾਲ ਮੈਂ ਇਹ ਵੀ ਦੱਸਦਾ ਵੀ ਅਸੀਂ ਇਹ ਤਰੀਕੇ ਨਾਲ ਰਿਕਮੈਂਡ ਨਹੀਂ ਕਰਦੇ। ਸੋ ਮੈਂ ਇਹ ਰਿਕਮੈਂਡ ਨਹੀਂ ਕਰਦਾ ਕਿ ਇਸ ਤਰ੍ਹਾਂ ਬੰਦੇ ਆਉਣ, ਕਿਉਂਕਿ ਇਹ ਗੈਰ ਕਾਨੂੰਨੀ ਵੀ ਆ ਅਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ, ਕਿਉਂਕਿ ਉੱਥੇ ਜਿਹੜੇ ਬੰਦੇ ਲੈ ਕੇ ਆਉਂਦੇ ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੁੰਦੀ। ਸਹੀ ਤਰੀਕੇ ਨਾਲ ਅਮਰੀਕਾ 'ਚ ਆਉਣਾ ਚਾਹੀਦਾ, ਅਤੇ ਜੇ ਕੇਸ ਸਹੀ ਬਣਦਾ ਹੋਵੇ ਤਾਂ ਹੀ ਕਰਨਾ ਚਾਹੀਦਾ। ਅਤੇ ਅਸੀਂ ਇਹਨੂੰ ਰਿਕਮੈਂਡ ਨਹੀਂ ਕਰਦੇ ਕਿ ਕੋਈ ਬੰਦਾ ਇਸ ਤਰ੍ਹਾਂ ਆਵੇ। ਲੇਕਿਨ ਤੁਹਾਡੀ ਜਾਣਕਾਰੀ ਬਾਰੇ ਜਿਹੜੀ ਹੈਗੀ ਆ ਵਾਸਤੇ ਇਹ ਗੱਲ ਦੱਸ ਰਹੇ ਹਾਂ ਕਿ ਜਿਵੇਂ ਕਾਫੀ ਲੋਕ ਪੁੱਛਦੇ ਨੇ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਲਾਗੂ ਹੋਈ ਆ ਉਹ ਕੀ ਉਹ ਆਪਣੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ, ਪੰਜਾਬ ਤੋਂ ਆਉਂਦੇ ਆ ਜਾਂ ਹਰਿਆਣੇ ਤੋਂ ਆਉਂਦੇ, ਉਹਨਾਂ 'ਤੇ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ। ਅਜੇ ਤੱਕ ਉਹਨਾਂ 'ਤੇ ਉਹ ਲਾਗੂ ਨਹੀਂ ਹੋਈ। ਉਹਨਾਂ ਨੂੰ ਐਂਟਰੀ ਅਮਰੀਕਾ ਦੇ ਵਿੱਚ ਹੀ ਮਿਲ ਰਹੀ ਆ ਅਤੇ ਛੱਡ ਰਹੇ ਆ। ਜਿਹੜੇ ਫੈਮਲੀਆਂ ਦੇ ਨਾਲ ਆਉਂਦੇ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ 72 ਘੰਟੇ ਦੇ ਵਿੱਚ ਛੱਡ ਦਿੰਦੇ ਆ ਅਤੇ ਆਪਣੇ ਗਰੰਟਰ ਜਾਂ ਸਪੋਂਸਰ ਦੀ ਇਨਫੋਰਮੇਸ਼ਨ ਲੈ ਕੇ ਉਹਦੀ ਜਿਹੜੀ ਹੈਗੀ ਆ ਕਸਟਡੀ ਦੇ ਵਿੱਚ। ਅਤੇ ਇਹਦੇ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਪੋਲੀਟੀਕਲ ਅਸਾਈਲਮ ਦੇ ਕੇਸਾਂ ਬਾਰੇ ਆ। ਪੋਲੀਟੀਕਲ ਅਸਾਈਲਮ ਦੇ ਕੇਸ ਉਸੇ ਤਰ੍ਹਾਂ ਹੀ ਪਾਸ ਹੋ ਰਹੇ ਨੇ ਜਿਸ ਤਰ੍ਹਾਂ ਕਿ ਪਹਿਲਾਂ ਹੋਏ ਸੀ। ਅਤੇ ਕੱਲ੍ਹ ਸਾਡੀ ਇੱਕ ਹੀਅਰਿੰਗ ਸੀਗੀ ਅਸਾਈਲਮ ਦੇ ਕੇਸ ਦੀ, ਅਤੇ ਉਹ ਕੇਸ ਪਾਸ ਹੋਇਆ। ਇੱਕ ਸਾਡੀ ਹੀਅਰਿੰਗ ਅੱਜ ਸੀਗੀ ਅਤੇ ਉਹ ਵੀ ਪਾਸ ਹੋਇਆ। ਸੋ ਨਵੇਂ ਸਾਲ ਦੇ ਵਿੱਚ ਵੀ ਜਿਹੜੇ ਕੇਸ ਨੇ ਉਹ ਹੁਣ ਅਸਾਈਲਮ ਦੇ ਜਿਹੜੇ ਆ ਉਹ ਪਾਸ ਹੋ ਰਹੇ ਨੇ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਹੋ ਰਹੇ ਸੀਗੇ। ਅਤੇ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ ਇੰਟਰਵਿਊਆਂ ਹੈਗੀਆਂ ਉਹ 'ਚ ਡਿਲੇ ਜ਼ਰੂਰ ਹੈਗੀ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜਾ ਨਵਾਂ ਹੁਣ ਇੱਥੇ ਜਿਹੜੀ ਫੇਰ ਮਹਾਂਮਾਰੀ ਜਿਹੜੀ ਸ਼ੁਰੂ ਹੋ ਗਈ ਆ ਅਤੇ ਉਹਦਾ ਇੱਕ ਨਵਾਂ ਰੂਪ ਆਇਆ, ਉਹਦੇ ਕਰਕੇ ਡਿਲੇ ਹੈਗੀ ਹੈ ਸਾਰੇ ਪਾਸੇ ਹੀ। ਅਤੇ ਇਮੀਗ੍ਰੇਸ਼ਨ ਦੀਆਂ ਕੁਛ ਡੇਟਾਂ ਵੀ ਪੋਸਟਪੋਨ ਹੋਈਆਂ ਨੇ, ਖਾਸ ਕਰਕੇ ਅਸਾਈਲਮ ਆਫਿਸ ਦੀਆਂ ਡੇਟਾਂ ਹੁਣ ਪੋਸਟਪੋਨ ਕਰ ਰਹੇ ਨੇ। ਅਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਸ ਤਰ੍ਹਾਂ ਤੇਜ਼ੀ ਹੁੰਦੀ ਹੈ। ਇਹਦੇ ਨਾਲ ਜਿਹੜੀ ਹੋਰ ਇੰਪੋਰਟੈਂਟ ਆਪਾਂ ਗੱਲ ਕਰਨੀ ਆ ਉਹ ਕਰਨੀ ਆ ਵੀਜ਼ਾ ਬੁਲੇਟਿਨ ਦੀ। ਜਨਵਰੀ ਦਾ ਵੀਜ਼ਾ ਬੁਲੇਟਿਨ ਆ ਗਿਆ, ਪਰ ਡੇਟਾਂ ਅਜੇ ਜਿਹੜੀ ਹੈਗੀਆਂ ਮੂਵ ਨਹੀਂ ਹੋਈਆਂ। ਸੋ ਇਹ ਬੜੀ ਮੰਦਭਾਗੀ ਗੱਲ ਆ ਅਤੇ ਬੜੀ ਅਫਸੋਸਨਾਕ ਗੱਲ ਹੈ ਕਿ ਉੱਥੇ ਖੜ੍ਹੀਆਂ ਡੇਟਾਂ ਅਜੇ। ਅਤੇ ਜਿਹੜੀ F4 ਕੈਟੇਗਰੀ ਹੈਗੀ, ਜਿਹੜੀ ਭਰਾ ਭੈਣ ਦੇ US ਸਿਟੀਜ਼ਨ ਅਪਲਾਈ ਕਰਦੇ ਨੇ ਭਰਾ ਭੈਣ ਵਾਸਤੇ, ਉਹ ਕੈਟੇਗਰੀ ਚੱਲ ਰਿਹਾ ਜੀ 15 ਸਤੰਬਰ 2005। ਜਿਹੜੀ F3 ਕੈਟੇਗਰੀ ਉਹ ਹੈਗੀ ਆ ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ, ਉੱਥੇ ਚੱਲ ਰਿਹਾ ਜੀ 22 ਨਵੰਬਰ 2008। F2B ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਬੱਚਿਆਂ ਦੀ, ਉੱਥੇ ਚੱਲ ਰਿਹਾ 22 ਸਤੰਬਰ 2015। F2A ਕੈਟੇਗਰੀ ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦੀ,
ਉਹ ਕਰੰਟ ਹੈਗੀ ਆ, ਤੇ F1 ਕੈਟਾਗਰੀ 1 ਦਸੰਬਰ 2014। ਤੇ ਜਿਹੜੀਆਂ ਡੇਟਾਂ ਤੇ ਪੇਪਰ ਮੰਗ ਰਹੇ ਨੇ NBC ਵਾਲੇ, ਕਿਉਂਕਿ ਜਦੋਂ ਵੀਜ਼ਾ ਨੰਬਰ ਕਰੰਟ ਹੁੰਦਾ ਉਸ ਤੋਂ 5-6 ਮਹੀਨੇ ਪਹਿਲਾਂ ਪੇਪਰ ਮੰਗਦੇ ਨੇ, ਉਹ ਡੇਟਾਂ ਹੈਗੀਆਂ ਜੀ F4 ਕੈਟਾਗਰੀ ਜਿਹੜੀ ਭਰਾ ਭੈਣ ਦੀ ਕੈਟਾਗਰੀ ਆ, ਜਨਵਰੀ 1 2006। F3 ਕੈਟਾਗਰੀ ਹੈਗੀ ਆ ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਨੇ, ਉਹ ਹੈਗੀ ਆ 22 ਅਗਸਤ 2009। F2B ਆ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ, 22 ਸਤੰਬਰ 2016। F2A ਆ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਅਨਮੈਰਿਡ ਬੱਚੇ, ਉਹ ਹੈਗੀ ਆ ਜੀ 1 ਅਕਤੂਬਰ 2021। ਤੇ F1 ਹੈਗੀ 15 ਮਈ 2016। ਸੋ ਇਹ ਡੇਟਾ ਨੇ, ਪਰ ਜਿਹੜੀਆਂ ਡੇਟਾ ਪਿਛਲੇ ਦਸੰਬਰ ਦੇ ਵਿੱਚ ਸੀ ਉੱਥੇ ਖੜੀਆਂ ਨੇ। ਇੱਥੋਂ ਇਹ ਲੱਗਦਾ ਕਿ ਜ਼ਿਆਦਾ ਇੰਟਰਵਿਊਜ਼ ਵਗੈਰਾ ਨਹੀਂ ਹੋਈਆਂ। ਕਿਉਂ ਨਹੀਂ ਹੋ ਰਹੀਆਂ ਇਹਦੇ ਬਾਰੇ ਕੋਈ ਅਜੇ ਸਪਸ਼ਟ ਜਾਣਕਾਰੀ ਨਹੀਂ ਆ, ਤੇ ਹੁਣ ਜਨਵਰੀ 'ਚ ਪਤਾ ਲੱਗੂਗਾ। ਇਹਦੇ ਨਾਲ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਪਿਛਲੇ ਹਫਤੇ ਕਾਂਗਰਸਮੈਨ ਮੀਕਸ ਹੈਗੇ ਨੇ, ਉਹਨਾਂ ਨਾਲ ਸਾਡੀ ਮੁਲਾਕਾਤ ਹੋਈ। ਉਹ ਹਾਊਸ ਦੀ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਹੈ US ਦਾ, ਉਹਦੀ ਜਿਹੜੀ ਫੋਰਨ ਰਿਲੇਸ਼ਨ ਕਮੇਟੀ ਹੈ ਬੜੀ ਪਾਵਰਫੁਲ ਆ, ਉਹਦੇ ਚੇਅਰਮੈਨ ਨੇ। ਸੋ ਸਾਰੀਆਂ ਜਿਹੜੀਆਂ ਐਮਬੈਸੀਆਂ ਨੇ ਜਾਂ ਜਿਹੜੇ ਫੋਰਨ ਜਿਹੜੀਆਂ ਡਿਪਲੋਮੈਟਿਕ ਮਿਸ਼ਨਸ ਨੇ ਜਾਂ ਜਿਹੜਾ ਫੋਰਨ ਅਫੇਅਰਸ ਨੇ ਸਾਰੇ, ਉਹਨਾਂ ਦੇ ਉਹ ਹਾਊਸ ਦੇ ਵੱਲੋਂ ਚੇਅਰਮੈਨ ਨੇ, ਹੀਅਰਿੰਗਸ ਕਰਦੇ ਨੇ। ਤਾਂ ਫੋਰਨ ਸੈਕਟਰੀ ਜਿਹੜੇ ਹੁੰਦੇ ਨੇ ਅਮਰੀਕਾ ਦੇ, ਜਿਹੜੇ ਆਪਾਂ ਕਹਿ ਲਓ ਕਿ ਵਿਦੇਸ਼ ਮੰਤਰੀ ਨੇ, ਉਹਨਾਂ ਨਾਲ ਉਹਨਾਂ ਦਾ ਸੰਪਰਕ ਰਹਿੰਦਾ ਤਕਰੀਬਨ ਲਗਾਤਾਰ ਹੀ, ਤੇ ਬੜੇ ਇੰਪੋਰਟੈਂਟ ਨੇ। ਨਿਊਯਾਰਕ ਤੋਂ ਹੈਗੇ ਨੇ ਕਾਂਗਰਸਮੈਨ, ਤੇ ਉਹਨਾਂ ਨਾਲ ਮੈਂ ਇਹ ਮਸਲੇ ਚੱਕੇ, ਤੇ ਉਹਦੀਆਂ ਮੈਂ ਤੁਹਾਡੇ ਨਾਲ ਹੁਣ ਫੋਟੋਆਂ ਵੀ ਸ਼ੇਅਰ ਕਰ ਰਿਹਾ। ਤੇ ਉਹਨਾਂ ਦੇ ਨਾਲ ਮੈਂ 3 ਮਸਲੇ ਚੱਕੇ। ਪਹਿਲਾ ਮਸਲਾ ਕਿ ਜਿਹੜੀ ਐਮਬੈਸੀ ਆ ਇਹ ਇਮੀਗ੍ਰੈਂਟ ਵੀਜ਼ੇ ਵਾਸਤੇ ਬੰਬੇ ਤੋਂ ਦਿੱਲੀ ਆਉਣੀ ਚਾਹੀਦੀ ਹੈ। ਉਹ ਕਹਿੰਦੇ ਸਾਨੂੰ ਇਹ ਰਿਕੁਐਸਟ ਤੁਹਾਡੀ ਮਿਲੀ ਹੋਈ ਆ, ਤੁਸੀਂ ਅੱਗੇ ਸੈਂਟਰ ਨਾਲ ਵੀ ਗੱਲ ਕੀਤੀ ਆ, ਉਹਨਾਂ ਨੇ ਵੀ ਮਸਲਾ ਉਠਾਇਆ। ਤੇ ਜਿਹੜੇ ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਫੋਰਨ ਸੈਕਟਰੀ, ਉਹਨਾਂ ਨਾਲ ਗੱਲਬਾਤ ਹੋਈ ਆ, ਤੇ ਉਹ ਕਹਿ ਰਹੇ ਨੇ ਕਿ ਜਲਦ ਅਸੀਂ ਇੱਥੇ ਫੈਸਲਾ ਲਵਾਂਗੇ। ਕਿਉਂਕਿ ਸਾਡੀ ਕੋਸ਼ਿਸ਼ ਹੈਗੀ ਕਿ ਪੰਜਾਬ ਵਾਲਿਆਂ ਵਾਸਤੇ ਜਾਂ ਨਾਰਥ ਇੰਡੀਆ ਵਾਲਿਆਂ ਵਾਸਤੇ ਜਿਹੜੀਆਂ ਕਾਉਂਸਲੇਟ ਸਰਵਿਸਿਜ਼ ਨੇ ਉਹ ਦਿੱਲੀ ਹੋ ਜਾਣ। ਦੂਜੀ ਮੰਗ ਮੇਰੀ ਇਹ ਸੀ ਵੀ ਆ ਕੈਟਾਗਰੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਨੂੰ ਤੇਜ਼ ਕਰੋ, ਕਿਉਂਕਿ ਲੋਕੀ ਵਿਚਾਰੇ 15-15 16-16 ਸਾਲ ਦੇ ਵੇਟ ਕਰ ਰਹੇ ਨੇ। ਤੇ ਇਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਹੈਗਾ ਉਹਨਾਂ ਨਾਲ ਗੱਲ ਕਰੂੰਗਾ ਸਟੇਟ ਡਿਪਾਰਟਮੈਂਟ ਦੇ ਨਾਲ। ਤੀਸਰੀ ਸਾਡੀ ਮੰਗ ਉਹੀ ਸੀ ਕਿ ਪੋਲੀਟੀਕਲ ਅਸਾਈਲਮ ਦੇ ਕੇਸ ਜਦੋਂ ਆਪਾਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ ਅਮਰੀਕਾ 'ਚ, ਨੂੰ 1 ਸਾਲ ਲੱਗਦਾ। ਇਹ ਬਹੁਤ ਅਨਰੀਜ਼ਨੇਬਲ ਟਾਈਮ ਹੈ। ਕਈ ਲੋਕਾਂ ਦੇ ਡਰਾਈਵਰ ਲਾਇਸੈਂਸ ਐਕਸਪਾਇਰ ਹੋ ਜਾਂਦੇ ਨੇ, ਕਿ ਟਰੱਕ ਚਲਾਉਂਦੇ ਨੇ ਉਹਨਾਂ ਦੇ ਲਾਇਸੈਂਸ ਖਤਮ ਹੋ ਜਾਂਦੇ, ਕਈਆਂ ਨੂੰ ਵਰਕ ਪਰਮਿਟ ਜਿਹੜਾ ਹੈਗਾ ਉਹ ਨਾ ਹੋਣ ਕਰਕੇ ਜਿਹੜੀਆਂ ਜੋਬਾਂ ਚਲੇ ਜਾਂਦੀਆਂ। ਇਹ ਜਿਹੜੀ ਅਨਰੀਜ਼ਨੇਬਲ ਡਿਲੇ ਆ ਇਹ ਨਹੀਂ ਹੋਣੀ ਚਾਹੀਦੀ। ਜਦੋਂ ਪਹਿਲੀ ਵਾਰੀ ਅਪਲਾਈ ਕਰਦਾ ਕੋਈ ਵਰਕ ਪਰਮਿਟ 180 ਦਿਨ ਬਾਅਦ, ਉਹਨੂੰ 2-3 ਮਹੀਨੇ 'ਚ ਆ ਜਾਂਦਾ। ਜਦੋਂ ਰਿਨਿਊ ਕਰਾਉਂਦਾ ਉਹਨੂੰ 12 ਮਹੀਨੇ ਲੱਗਦੇ, 12-13। ਇਹਦਾ ਕੋਈ ਸੈਂਸ ਨਹੀਂ ਬਣਦੀ, ਇਸ ਕਰਕੇ ਜਲਦੀ ਹੋਣਾ ਚਾਹੀਦਾ। ਤੇ ਹੁਣ ਫੋਲੋ ਅਪ ਇਹਨਾਂ ਨਾਲ ਅਸੀਂ 2 ਹਫ਼ਤੇ ਬਾਅਦ ਫਿਰ ਕਰਾਂਗੇ। ਤੇ ਇਹ ਇੱਕ ਬੜੀ ਇੰਪੋਰਟੈਂਟ ਮੀਟਿੰਗ ਸੀ। ਇਹਦੇ ਵਿੱਚ ਹੋਰ ਵੀ ਕਈ ਮਸਲੇ ਜਿਹੜੇ ਹੱਲ ਹੋਏ, ਤੇ ਆਹ ਜਿਹੜੀਆਂ 3 ਗੱਲਾਂ ਸੀ ਡਿਮਾਂਡਸ ਇਹ ਅਸੀਂ ਉਹਨਾਂ ਅੱਗੇ ਰੱਖੀਆਂ। ਉਹ ਕਹਿੰਦੇ ਮੈਂ ਇਹਨਾਂ 'ਤੇ ਗੱਲਬਾਤ ਕਰੂੰਗਾ, ਤੇ ਤੁਹਾਡੇ ਨਾਲ ਅਸੀਂ 2 ਵੀਕਾਂ ਤੱਕ ਦਾ ਮੈਨੂੰ ਸਮਾਂ ਦਿਓ, ਸੰਪਰਕ ਕਰਾਂਗੇ। ਤੇ ਹੁਣ ਦੇਖਦੇ ਹਾਂ ਵੀ ਇਹਦੇ 'ਚ ਕੀ ਕਾਰਵਾਈ ਹੁੰਦੀ ਆ। ਇਹਦੇ ਨਾਲ ਜਿਹੜੀ ਅਗਲੀ ਖਬਰ ਹੈਗੀ ਆ ਉਹ ਇਹ ਆ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਰਿਫਾਰਮ ਬਾਰੇ ਅਜੇ ਜਿਹੜਾ ਕੁਝ ਨਹੀਂ ਹੋ ਰਿਹਾ, ਪਰ ASAP ਨੇ ਕੇਸ ਕੀਤਾ ਹੋਇਆ ਮਤਲਬ ਸਰਕਾਰ ਦੇ ਉੱਤੇ ਕਿ ਆਰਗੇਨਾਈਜੇਸ਼ਨ ਆ ਜਿਹੜੀ ਕਿ ਅਸਾਈਲਮ ਵਾਲਿਆਂ ਦੇ ਕੇਸ ਲੜਦੀ ਆ ਕਿ ਵਰਕ ਪਰਮਿਟ ਜਿਹੜੇ ਨੇ ਉਹ ਫਾਸਟ ਹੋਣ, ਤੇ ਇਹ ਜਿਹੜੀ ਇੰਨੀ ਡਿਲੇ ਨਾ ਹੋਵੇ। ਤੇ ਉਹ ਹੁਣ ਉਹਦਾ ਆਊਟਕਮ ਦੇਖਦੇ ਹਾਂ ਕੀ ਆਉਂਦਾ, ਤੇ ਉਹਦੇ ਬਾਰੇ ਵੀ ਜਿਹੜੀ ਕੋਈ ਅਪਡੇਟ ਗਾਂਹ ਹੋਊਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਇਮੀਗ੍ਰੇਸ਼ਨ ਦੀਆਂ ਖਬਰਾਂ ਇਸ ਹਫਤੇ ਦੀਆਂ ਪਿਛਲੇ, ਕਿਉਂਕਿ ਖਬਰਾਂ ਘੱਟ ਇਸ ਕਰਕੇ ਨੇ ਕਿਉਂਕਿ ਛੁੱਟੀਆਂ ਰਹੀਆਂ। ਤੁਹਾਨੂੰ ਪਤਾ ਹੀ ਆ ਕਿ ਕ੍ਰਿਸਮਸ ਤੇ ਨਿਊ ਈਅਰ ਦਾ ਕਾਫੀ ਵੱਡਾ ਇੱਥੇ ਜਿਹੜਾ ਹੈਗਾ ਉਹ ਹੌਲੀਡੇਜ਼ ਦਾ ਪੀਰੀਅਡ ਹੁੰਦਾ, ਤੇ ਉਹ ਹੁਣ ਖਤਮ ਹੋ ਕੇ ਕੰਮਕਾਰ ਹੋਣਾ ਹੀ ਸ਼ੁਰੂ ਹੋਇਆ। ਤੇ ਹੁਣ ਆਉਂਦੇ ਦਿਨਾਂ ਵਿੱਚ ਦੇਖਦੇ ਹਾਂ ਕਿ ਕੀ ਹੋਰ ਜਿਹੜੀ ਸਰਗਰਮੀ ਆ ਉਹ ਹੁੰਦੀ ਆ। ਤੇ ਇਹਦੇ ਨਾਲ ਹੁਣ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਕਈ ਬੰਦੇ ਜਿਹੜੇ ਮੇਰਾ ਧੰਨਵਾਦ ਕਰ ਰਹੇ ਆ, ਉਹ ਕਹਿ ਰਹੇ ਆ ਕਿ ਤੁਸੀਂ ਬੜੀ ਵਧੀਆ ਜਾਣਕਾਰੀ ਦਿੰਦੇ ਹੋ, ਤੇ ਜਿਹੜੀ ਹੈਗੀ ਆ ਉਹ ਸਾਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਸਾਨੂੰ ਦੱਸਦੇ ਹੋ। ਤੁਹਾਡਾ ਬੜਾ ਧੰਨਵਾਦ ਹੈ ਜੀ ਕਿ ਤੁਸੀਂ ਇਹਨੂੰ ਦੇਖਦੇ ਹੋ, ਲਾਈਕ ਕਰਦੇ ਹੋ, ਕਿਉਂਕਿ ਇਹਦੇ ਨਾਲ ਹੀ ਸਾਨੂੰ ਉਤਸ਼ਾਹ ਮਿਲਦਾ। ਸੋ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਤੇ ਸਾਨੂੰ ਆਪਣਾ ਫੀਡਬੈਕ ਦਿਓ। ਜਿਹੜੀ ਆ ਵੀਡੀਓ ਮੈਂ ਹੁਣ ਪਾ ਰਿਹਾ ਇਹਦੇ ਥੱਲੇ ਆਪਣੇ ਵਿਊਜ਼ ਜਾਂ ਆਪਣੇ ਜਿਹੜੇ ਸਵਾਲ ਲਿਖ ਕੇ ਭੇਜੋ, ਮੈਂ ਤੁਹਾਨੂੰ ਜਵਾਬ ਜ਼ਰੂਰ ਦਿਆਂਗਾ। ਇਹ ਤੋਂ ਬਾਅਦ ਅਗਲਾ ਜੀ ਉਹ ਕਹਿੰਦੇ ਨੇ ਕਿ ਮੁੰਬਈ ਦੇ ਵਿੱਚ ਜਿਹੜੀ ਅੰਬੈਸੀ ਆ ਬਹੁਤ ਜ਼ਿਆਦਾ ਰੈਸਟ੍ਰਿਕਸ਼ਨਸ ਨੇ, ਕੋਈ ਉਹਦਾ ਉੱਥੇ ਇੰਟਰਵਿਊ ਨਹੀਂ ਹੋ ਰਹੀ, ਪਾਈਲ ਅਪ ਹੋਇਆ। ਬਿਲਕੁਲ ਠੀਕ ਹੈ ਜੀ, ਇਹੀ ਮਸਲਾ ਮੈਂ ਜਿਹੜੇ ਕਾਂਗਰਸਮੈਨ ਮੀਕਸ ਨੇ ਉਹਨਾਂ ਕੋਲ ਉਠਾਇਆ, ਕਿਉਂਕਿ ਉਹ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਹੋਣ ਕਰਕੇ ਬਹੁਤ ਪਾਵਰਫੁਲ ਨੇ। ਉਹਨਾਂ ਦਾ ਸਿੱਧਾ ਸੰਬੰਧ ਅਮਰੀਕਾ ਦੇ ਵਿਦੇਸ਼ ਮੰਤਰੀ, ਫੋਰਨ ਸੈਕਟਰੀ ਨਾਲ ਆ, ਅੰਬੈਸੀਆਂ ਦੇ ਨਾਲ ਆ। ਤੇ ਉਹਨਾਂ ਨੂੰ ਕਿਹਾ ਵੀ ਇਹ ਜਿਹੜਾ ਹੈਗਾ ਕੋਈ ਉੱਥੇ ਇੰਟਰਵਿਊ ਨਹੀਂ ਹੋ ਰਹੀ, ਸਾਰੀਆਂ ਕੈਟੇਗਰੀਆਂ ਉੱਥੇ ਖੜੀਆਂ ਨੇ। ਈਵਨ ਜਿਹੜੇ ਸਿਟੀਜ਼ਨ ਦੇ
ਮੈਰਿਜ ਕੇਸ ਨੇ ਜਿਹੜੀ ਕਿ ਫਸਟ ਪ੍ਰੈਫਰੈਂਸ ਕੈਟਾਗਰੀ ਹੈ ਜਾਂ ਗ੍ਰੀਨ ਕਾਰਡ ਹੋਲਡਰਸ ਦੇ ਜਿਹੜੇ ਮੈਰਿਜ ਕੇਸ ਨੇ ਉਹ ਵੀ ਕਰੰਟ ਆ, ਉੱਥੇ ਵੀ ਕੁਝ ਨਹੀਂ ਹੋ ਰਿਹਾ। ਤੇ ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਆ ਕਿ ਇਹ ਦੱਸੋ ਕਿ ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਮੈਂ 2020 ਫਰਵਰੀ 'ਚ ਅਪਲਾਈ ਕੀਤਾ ਜੀ, ਸਾਨੂੰ ਰਿਸਿਪਟ ਲੈਟਰ ਆਇਆ ਪਰ ਉਦੋਂ ਤੱਕ ਉਸ ਤੋਂ ਬਾਅਦ ਕੁਝ ਨਹੀਂ ਆਇਆ। ਇਹਦੇ ਬਾਰੇ ਟਾਈਮ ਲੱਗ ਰਿਹਾ ਅੱਜ ਕੱਲ੍ਹ ਕਾਫੀ, ਕਿਉਂਕਿ ਜਿਹੜੇ ਸਰਵਿਸ ਸੈਂਟਰਸ ਹੈਗੇ ਉਹਨਾਂ 'ਚ ਵੀ ਬਹੁਤ ਜ਼ਿਆਦਾ ਡਿਲੇ ਆ ਅਤੇ ਕਈਆਂ ਦੇ ਵਿੱਚ ਤਾਂ ਜਿਹੜੀ ਹੈਗੀ 2.5-3 ਸਾਲ ਦੀ ਵੀ ਡਿਲੇ ਹੈਗੀ ਆ। ਸੋ ਟਾਈਮ ਲੱਗੇਗਾ, ਤੁਸੀਂ ਉੱਥੇ ਇਨਕੁਆਇਰੀ ਕਰਦੇ ਰਹੋ ਜਾਂ ਉਹਨਾਂ ਨੂੰ ਕਾਲ ਕਰੋ, ਜਾਂ ਉਹਨਾਂ ਨੂੰ ਤੁਸੀਂ ਕਾਲ ਹੀ ਕਰ ਸਕਦੇ ਹੋ ਜਾਂ ਚਿੱਠੀ ਵੀ ਲਿਖ ਸਕਦੇ ਹੋ, ਪਰ ਇਹ ਤੁਹਾਨੂੰ ਵੇਟ ਕਰਨੀ ਪੈਣੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰਾ ਜਿਹੜਾ ਅਸਾਈਲਮ ਦਾ ਕੇਸ ਪੈਂਡਿੰਗ, ਇਹਦੀ ਡੇਟ ਪਹਿਲਾਂ ਲਈ ਜਾ ਸਕਦੀ ਹੈ? ਹਾਂਜੀ, ਇਹਦੀ ਤੁਸੀਂ ਟਰਾਈ ਕਰ ਸਕਦੇ ਹੋ। ਜੇ ਅਸਾਈਲਮ ਆਫਿਸ ਦੇ ਵਿੱਚ ਹੈਗਾ ਤਾਂ ਉਹਨਾਂ ਨੂੰ ਰਿਕੁਐਸਟ ਕੀਤੀ ਜਾ ਸਕਦੀ ਹੈ, ਜਿਹਨਾਂ ਦੇ ਰਿਸੋਰਸਿਸ ਪਰਮਿਟ ਕਰਨਗੇ ਡੇਟ ਲੈਣਗੇ। ਅਸੀਂ ਪਿਛਲੇ ਦਸੰਬਰ ਦੇ ਵਿੱਚ 2-3 ਬੰਦਿਆਂ ਦੀਆਂ ਡੇਟਾਂ ਜਿਹੜੇ ਪੁਰਾਣੇ ਕੇਸ ਸੀ 15-16 ਦੇ, ਉਹ ਕਢਾ ਕੇ ਕਰਾਈਆਂ ਅਤੇ ਉਹ ਤੁਸੀਂ ਇੰਟਰਵਿਊ ਜਿਹੜੀ ਹੈਗੀ ਕਰਾ ਸਕਦੇ ਹੋ। ਜੇ ਕੋਰਟ ਦੇ ਵਿੱਚ ਵੀ ਥੋੜੀ ਡੇਟ ਅੱਗੇ ਚੱਲ ਗਈ ਹੈ, ਤੁਸੀਂ ਜੱਜ ਅੱਗੇ ਜਿਹੜੀ ਮੋਸ਼ਨ ਪਾ ਸਕਦੇ ਹੋ ਡੇਟ ਪਹਿਲਾਂ ਲੈਣ ਦੀ। ਅਗਲੀ ਹੈ ਜੀ ਕਿ ਸਾਡੀ ਪ੍ਰਾਇਓਰਟੀ ਡੇਟ F4 ਕੈਟਾਗਰੀ ਦੀ ਹੈਗੀ ਅਪ੍ਰੈਲ 5, 2005 ਅਤੇ ਡਾਕੂਮੈਂਟ ਕੁਆਲੀਫਾਈ ਹੋ ਗਏ ਸੀ 2019 ਨੂੰ, ਅਜੇ ਤੱਕ ਇੰਟਰਵਿਊ ਨਹੀਂ ਆਈ। ਬਿਲਕੁਲ ਠੀਕ ਹੈ ਜੀ। ਹੁਣ ਕਹਿਣ ਨੂੰ ਤਾਂ ਇਹ ਹੈਗਾ ਵੀ ਸਪਟੈਂਬਰ 5 ਸਪਟੈਂਬਰ 2015 ਮਤਲਬ 5 ਜਿਹੜਾ ਹੈਗਾ ਚੱਲ ਰਿਹਾ ਅਤੇ 15 ਸਤੰਬਰ 2005 ਚੱਲ ਰਿਹਾ, ਪਰ ਅਜੇ ਤੱਕ ਅਪ੍ਰੈਲ ਕੀ ਮੇਰੀ ਇਹ ਵੀ ਜਾਣਕਾਰੀ ਆ ਵੀ ਜਨਵਰੀ ਫਰਵਰੀ ਵਾਲਿਆਂ ਦੀਆਂ ਵੀ ਡੇਟਾਂ ਨਹੀਂ ਆਈਆਂ 2005 ਦੀਆਂ। ਸੋ ਇਸ ਕਰਕੇ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ ਅਤੇ ਅਜੇ ਦੇਖਦੇ ਹਾਂ ਕਿ ਜਦੋਂ ਇਹ ਮਸਲਾ ਹੱਲ ਹੋਊਗਾ, ਜਿਹੜੀ ਮੁੰਬਈ ਅੰਬੈਸੀ ਕਦੋਂ ਸ਼ੁਰੂ ਕਰਦੀ ਜਾਂ ਜਿਹਨੂੰ ਸ਼ਿਫਟ ਕਰਦੇ ਆ ਦਿੱਲੀ ਤਾਂ ਉੱਥੇ ਜ਼ਿਆਦਾ ਇੰਟਰਵਿਊ ਆਉਣਗੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ ਸਾਡੀ ਪ੍ਰਾਇਓਰਟੀ ਡੇਟ ਹੈਗੀ ਅਪ੍ਰੈਲ 2011 ਅਤੇ ਕਿੰਨਾ ਟਾਈਮ ਲੱਗੂਗਾ? ਦੇਖੋ ਜੀ, F3 ਕੈਟਾਗਰੀ 'ਚ ਇਸ ਟਾਈਮ ਚੱਲ ਰਿਹਾ 2008 ਨਵੰਬਰ 22 2008 ਚੱਲ ਰਿਹਾ, ਇਹਨੂੰ ਟਾਈਮ ਲੱਗੂਗਾ ਜੀ, ਇਹਨੂੰ 3-4 ਸਾਲ ਲੱਗ ਸਕਦੇ ਆ, ਬਾਕੀ ਡਿਪੈਂਡ ਕਰੂਗਾ ਕਿੰਨੀ ਕੁ ਡਿਲੇ ਆ। ਇਸ ਤੋਂ ਬਾਅਦ ਅਗਲਾ ਸਵਾਲ ਹੈਗਾ ਜੀ ਕਿ ਮੇਰੇ ਫਾਦਰ ਇਨ ਲਾ ਨੇ ਅਪਲਾਈ ਕੀਤਾ ਸੀ ਮੈਰਿਡ ਆਪਣੇ ਬੱਚਿਆਂ ਦਾ ਜੁਲਾਈ 2006, ਸਾਰੀਆਂ ਫੀਸਾਂ ਚਲੇ ਗਈਆਂ ਅਤੇ 2019 ਦੇ ਵਿੱਚ ਜਿਹੜੇ ਹੈਗੇ ਡਾਕੂਮੈਂਟ ਵੀ ਸਾਰੇ ਚਲੇ ਗਏ, ਪਰ ਸਾਨੂੰ ਈਮੇਲ ਆਈ ਆ ਕਿ ਵੇਟ ਕਰੋ। ਹਾਂਜੀ, ਬਿਲਕੁਲ ਠੀਕ ਆ, ਕਿਉਂਕਿ ਅਜੇ ਬਹੁਤ ਜ਼ਿਆਦਾ ਡਿਲੇ ਹੈਗੀ ਆ ਇਸ ਕੈਟਾਗਰੀ ਦੇ। ਵੈਸੇ ਉੱਥੇ ਹੁਣ 2008 ਚੱਲ ਰਿਹਾ, ਪਰ ਅਜੇ 6 ਵਾਲਿਆਂ ਦੀ ਤੁਸੀਂ ਕਹਿ ਰਹੇ ਹੋ ਇੰਟਰਵਿਊ ਨਹੀਂ ਆਈ, ਬਹੁਤ ਜ਼ਿਆਦਾ ਡਿਲੇ ਆ। ਸੋ ਹੁਣ ਦੇਖਦੇ ਹਾਂ ਇਹਦਾ ਹੱਲ ਕੀ ਹੋਏਗਾ। ਅਗਲਾ ਸਵਾਲ ਹੈ ਜੀ ਕਿ F2A ਕੈਟਾਗਰੀ ਦੀ ਇੰਟਰਵਿਊ ਅਸੀਂ ਵੇਟ ਕਰ ਰਹੇ ਹਾਂ ਮੁੰਬਈ ਦੇ ਵਿੱਚ, ਅਤੇ ਤੱਕ ਇੰਟਰਵਿਊ ਨਹੀਂ ਆਈ। ਹਾਂ ਠੀਕ ਹੈ ਜੀ, ਬਿਲਕੁਲ ਨਹੀਂ ਆ ਰਹੀਆਂ ਇੰਟਰਵਿਊਜ਼, ਕਿਉਂਕਿ F2A ਕੈਟਾਗਰੀ ਜਿਹੜੀ ਹੈਗੀ ਗ੍ਰੀਨ ਕਾਰਡ ਹੋਲਡਰ ਦੀ ਹਸਬੈਂਡ ਵਾਈਫ ਦੀ, ਉਹ 'ਚ ਵੀ ਡੇਟਾਂ ਨਹੀਂ ਆ ਰਹੀਆਂ। ਜਿਹੜੀ ਸਿਟੀਜ਼ਨ ਦੀ ਮੈਰਿਜ ਉਹਦੀ ਕੈਟਾਗਰੀ ਹੈਗੀ ਜਦੋਂ ਕੋਈ ਸਿਟੀਜ਼ਨ ਵਿਆਹ ਕਰਾਉਂਦਾ, ਉਹਦੇ ਵਿੱਚ ਵੀ ਡੇਟਾ ਨਹੀਂ ਆ ਰਹੀਆਂ, ਅਤੇ ਦੂਜੀਆਂ ਕੈਟਾਗਰੀਆਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਆ ਰਹੀਆਂ। ਸੋ ਇਸ ਕਰਕੇ ਨਾ ਮਾਤਰੀ ਆ ਉੱਥੇ ਜਿਹੜਾ ਇਸ ਟਾਈਮ ਇੰਟਰਵਿਊਜ਼ ਹੋ ਰਹੀਆਂ। ਹੁਣ ਦੇਖਦੇ ਹਾਂ ਕਿੰਨੀ ਦੇਰ ਜਾਰੀ ਰਹੇਗਾ, ਕਦੋਂ ਖੁੱਲ੍ਹੇਗਾ, ਇਹ ਹੁਣ ਸਮਾਂ ਹੀ ਦੱਸੇਗਾ। ਸਾਡੀ ਕੋਸ਼ਿਸ਼ ਹੈਗੀ ਅਸੀਂ ਜਿੰਨੇ ਵੀ ਟਰਾਈ ਕਰ ਸਕਦੇ ਹਾਂ ਅਸੀਂ ਉਨੀ ਕਰ ਰਹੇ ਹਾਂ। ਅਗਲਾ ਸਵਾਲ ਹੈ ਜੀ ਕਿ F2 ਵੀਜ਼ਾ ਜਿਹੜਾ ਹੈਗਾ ਉਹ ਮੈਂ ਲੈ ਸਕਦਾ? ਮੇਰੀ ਜਿਹੜੀ ਹੈਗੀ ਆ ਬੇਟੀ US ਸਿਟੀਜ਼ਨ ਹੈਗੀ ਆ, ਉਹ ਸਟੱਡੀ ਕਰ ਰਹੀ ਆ ਅਮਰੀਕਾ ਦੇ ਵਿੱਚ, ਅਤੇ ਉਹ 18 ਸਾਲ ਦੀ ਹੈਗੀ ਆ, ਅਤੇ ਮੈਂ ਉਹਦੇ ਨਾਲ ਰਹਿ ਸਕਦਾ? ਨਹੀਂ, ਇਸ ਤਰ੍ਹਾਂ ਨਹੀਂ ਜੀ ਵੀਜ਼ਾ ਮਿਲਦਾ। ਜਿਹੜੀ ਹੁਣ ਸਿਟੀਜ਼ਨ ਆ ਉਹ ਤਾਂ ਇੱਥੇ ਰਹਿ ਕੇ ਪੜ੍ਹ ਸਕਦੀ ਆ, ਪਰ ਤੁਹਾਨੂੰ ਉਹਦੇ ਨਾਲ ਰਹਿਣ ਵਾਸਤੇ ਵੀਜ਼ਾ ਨਹੀਂ ਮਿਲਣਾ। ਤੁਸੀਂ ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਹੋ, ਪਰ ਕੋਈ ਪੱਕਾ ਸ਼ੋਰ ਨਹੀਂ ਕਿ ਮਿਲੇ ਜਾਂ ਨਾ ਮਿਲੇ। ਇਹੋ ਜਿਹੀ ਕੋਈ ਕੈਟਾਗਰੀ ਨਹੀਂ ਹੈਗੀ ਕਿ ਤੁਸੀਂ ਉਹਦੇ ਨਾਲ ਰਹਿਣ ਵਾਸਤੇ ਵੀਜ਼ਾ ਲੈ ਸਕੋ। ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ 'ਚ ਅਪਲਾਈ ਕੀਤਾ ਸੀਗਾ ਅਤੇ ਉਹਦੀ ਜਿਹੜੀ ਹੈਗੀ ਆ ਅਪਰੂਵਲ ਆ ਗਈ ਆ, ਅਤੇ ਹੁਣ ਮੇਰੇ ਕੋਲ ਯੂਰਪੀਅਨ ਪਾਸਪੋਰਟ ਹੈਗਾ, ਉਹ ਕਨਵਰਟ ਹੋ ਜਾਏਗੀ। ਹਾਂਜੀ, ਤੁਸੀਂ ਉਹਨਾਂ ਨੂੰ ਇਨਫੋਰਮ ਕਰ ਸਕਦੇ ਹੋ ਵੀ ਮੈਂ ਹੁਣ ਯੂਰਪ ਦੇ ਜਿਹੜੀ ਤੁਸੀਂ ਕੰਟਰੀ ਦੇ ਸਿਟੀਜ਼ਨ ਹੈਗੇ ਹੋ ਵੀ ਫਲਾਣੀ ਕੰਟਰੀ ਦਾ ਸਿਟੀਜ਼ਨ ਆ, ਉਹਦੇ 'ਚੋਂ ਚੇਂਜ ਕਰ ਸਕਦੇ ਹੈਗੇ ਤੁਹਾਡੀ ਜਿਹੜੀ ਹੈਗੀ ਆ ਆਪਣੀ ਕੈਟਾਗਰੀ। ਪਰ ਰਹਿਣਾ F4 ਹੀ ਆ, ਜ਼ਿਆਦਾ ਫਰਕ ਨਹੀਂ ਆ। ਅਤੇ ਬਾਕੀ ਮੁਲਕਾਂ ਅਤੇ ਇੰਡੀਆ ਦੇ ਵਿੱਚ ਸਾਲ ਕੁ ਦਾ ਫਰਕ ਹੈ, ਇੰਨਾ ਫਰਕ ਨਹੀਂ ਹੈਗਾ ਕਿ ਜੇ ਤੁਸੀਂ ਉੱਥੇ ਬਣ ਗਏ ਤਾਂ ਕੋਈ ਤੁਹਾਡੀ ਵਾਰੀ ਜਲਦੀ ਆ ਜੂਗੀ, ਪਰ ਤੁਸੀਂ ਸਰਟਨਲੀ ਚੇਂਜ ਕਰਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰੇ ਕੋਲ ਕੈਨੇਡਾ ਦਾ PR ਹੈਗਾ, ਮੈਂ ਅਮਰੀਕਾ 'ਚ ਕਿੱਦਾਂ ਪੱਕਾ ਹੋ ਸਕਦਾ? ਦੇਖੋ, ਇਸ ਤਰ੍ਹਾਂ ਹੈਗਾ ਵੀ ਇੱਦਾਂ ਦਾ ਕੋਈ ਸਿਸਟਮ ਹੈ ਨਹੀਂ ਕਿ ਜਿਹੜਾ ਕੈਨੇਡੀਅਨ PR ਇੱਥੇ ਆਏ ਕੰਮ ਕਰ ਸਕੇ। ਤੁਹਾਨੂੰ ਉੱਥੇ ਵਿਜ਼ਟਰ ਵੀਜ਼ਾ ਲੈਣਾ ਪੈਂਦਾ ਕੈਨੇਡੀਅਨ PR ਨੂੰ ਅਮਰੀਕਾ ਆਉਣ ਲਈ। ਤੁਸੀਂ ਆ ਸਕਦੇ ਹੋ, ਪਰ ਆ ਕੇ ਵਾਪਸ ਜਾਣਾ ਪੈਂਦਾ। ਇਸ ਤਰ੍ਹਾਂ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਉਹਨੂੰ ਵੀਜ਼ੇ ਦੀ ਲੋੜ ਨਹੀਂ, ਉਹ ਵੀ ਇੱਥੇ ਆ ਸਕਦਾ ਆ ਕੇ, ਪਰ ਉਹਨੂੰ ਵਾਪਸ ਜਾਣਾ ਪੈਂਦਾ 6 ਮਹੀਨੇ 'ਚ। ਅਤੇ ਇੱਥੇ ਕੋਈ ਵਰਕ ਪਰਮਿਟ ਲੈਣ ਦਾ ਜਾਂ ਪੱਕੇ ਹੋਣ ਦਾ ਇਸ ਤਰ੍ਹਾਂ ਕੋਈ ਤਰੀਕਾ ਨਹੀਂ। ਬਾਕੀ ਜਿਹੜੀਆਂ ਆਮ ਨੋਰਮਲ ਕੈਟਾਗਰੀਜ਼ ਉਹੀ ਨੇ, ਜਿਵੇਂ ਕੋਈ US ਸਿਟੀਜ਼ਨ ਨਾਲ ਵਿਆਹ ਕਰਾ ਲਵੇ ਜਾਂ EB-5 ਕਰ ਲਵੇ, ਜਿਹੜੀ ਉਹ ਕੈਟਾਗਰੀ ਹੈਗੀ ਆ ਜਿਹਦੇ ਵਿੱਚ ਕਿ $5 ਲੱਖ ਇਨਵੈਸਟ ਕਰਨਾ, ਅਤੇ ਜਾਂ ਫਿਰ ਕਈ ਜਿਹੜੇ ਨੇ L1 ਵੀਜ਼ਾ ਕਰ ਸਕਦੇ। ਉਹਦੇ ਵਾਸਤੇ ਬਿਜ਼ਨਸ ਹੋਣਾ ਚਾਹੀਦਾ ਬਾਹਰਲੀ ਕੰਟਰੀ ਦੇ ਵਿੱਚ, ਅਤੇ ਉਹਨੂੰ ਕਹਿੰਦੇ ਨੇ ਇੰਟਰ ਕੰਪਨੀ ਜਿਹੜਾ ਹੈਗਾ ਉਹ ਟਰਾਂਸਫਰੀ ਵੀਜ਼ਾ।
ਸੋ ਇਸ ਤਰ੍ਹਾਂ ਜਾਂ ਨੈਫਟਾ ਦੇ ਅੰਡਰ ਕੋਈ ਇੱਕ ਦੋ ਪ੍ਰੋਗਰਾਮਸ ਹੈਗੇ, ਉਹਨਾਂ ਜੇ ਕੁਆਲੀਫਾਈ ਕਰੋਗੇ ਤਾਂ ਹੈਗਾ। ਐਜ਼ ਇਟ ਜੇ ਆਪਾਂ ਇਟਸੈਲਫ ਦੇਖੀਏ ਵੀ ਤੁਸੀਂ ਉੱਥੋਂ ਦੇ PR ਜਾਂ ਸਿਟੀਜ਼ਨ ਹੋ, ਤੇ ਤੁਸੀਂ ਵਰਕ ਪਰਮਿਟ ਲੈਣਾ ਜਾਂ ਇੱਥੇ ਸੈਟਲ ਹੋਣਾ, ਉਹਦਾ ਕੋਈ ਤਰੀਕਾ ਨਹੀਂ ਆ। ਅਗਲਾ ਸਵਾਲ ਹੈ ਜੀ ਕਿ F4 'ਚ ਕੋਈ ਬੱਚਾ ਜੇ 20 ਸਾਲ ਦੀ ਉਮਰ ਹੋ ਜਾਵੇ ਤਾਂ ਉਹ ਆ ਸਕਦਾ ਕਿ ਨਹੀਂ। ਦੇਖੋ ਇਸ ਤਰ੍ਹਾਂ ਜੀ ਕਿ ਇਹਦੇ 'ਚ ਮੈਂ ਅੱਗੇ ਵੀ ਬਹੁਤ ਵਾਰੀ ਦੱਸਿਆ ਕਿ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ। ਹੁਣ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ, ਉਹ ਕੈਲਕੂਲੇਸ਼ਨ ਦੇ ਅੰਦਰ ਜੇ ਤੁਸੀਂ ਆਓਗੇ ਤਾਂ ਕਵਰ ਹੋਵੋਗੇ, ਤੇ ਜੇ ਨਹੀਂ ਉਹ ਚਾਹੁੰਦੇ ਫਿਰ ਤੁਸੀਂ ਕਵਰ ਨਹੀਂ ਹੋ ਸਕਦੇ। ਉਹਦੀ ਕੈਲਕੂਲੇਸ਼ਨ ਇਹ ਹੁੰਦੀ ਆ ਵੀ ਤੁਸੀਂ ਜਦੋਂ ਕੇਸ ਅਪਲਾਈ ਹੋਇਆ ਉਹ ਡੇਟ ਦੇਖੋ, ਜਦੋਂ ਕੇਸ ਦੀ ਅਪਰੂਵਲ ਆਈ ਉਹ ਦੇਖੋ, ਉਸ ਤੋਂ ਬਾਅਦ ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੁੰਦੀ ਆ ਉਹ ਡੇਟ ਕੀ ਆ, ਤੇ ਉਹ ਡੇਟ ਜਿਹੜੀ ਮਤਲਬ ਬੱਚੇ ਦੀ ਉਮਰ ਜਦੋਂ ਪ੍ਰਾਇਓਰਟੀ ਡੇਟ ਕਰੰਟ 'ਤੇ ਹੋਏਗੀ, ਉਹ ਡੇਟ ਦੇਖਣੀ ਆ ਕਿ ਉਹ ਉਦੋਂ ਉਮਰ ਕਿੰਨੀ ਆ, ਤੇ ਉਹ ਟਾਈਮ ਜਿਹੜਾ ਹੈਗਾ ਉਹ ਜਦੋਂ ਅਪਲਾਈ ਕੀਤਾ ਤੇ ਜਿਹੜੀ ਅਪਰੂਵਲ ਆਈ ਉਹਦੇ ਵਿੱਚੋਂ ਕੱਢਿਆ ਜਾਂਦਾ। ਜਿਵੇਂ ਫਰਜ਼ ਕਰੋ ਹੁਣ ਉੱਥੇ ਚੱਲ ਰਿਹਾ ਸਤੰਬਰ 15 2005, ਜੇ ਅੱਜ ਬੱਚੇ ਦੀ ਡੇਟ 23 ਸਾਲ ਆ ਤੇ ਜਦੋਂ ਅਪਲਾਈ ਕੀਤਾ ਸੀ ਕੇਸ 2005 'ਚ, ਉਹ ਦੇਖਣਾ ਵੀ ਉਦੋਂ ਤੇ ਅਪਰੂਵਲ ਨੂੰ ਕਿੰਨਾ ਟਾਈਮ ਲੱਗਿਆ। ਜੇ ਅਪਰੂਵਲ 4 ਸਾਲ ਬਾਅਦ ਆਈ ਆ ਤਾਂ ਉਹ 4 ਸਾਲ ਦਾ ਟਾਈਮ ਵਿੱਚੋਂ ਕੱਢਿਆ ਜਾਊਗਾ ਤੇ 21 ਸਾਲ ਤੋਂ ਘੱਟ ਗਿਣਿਆ ਜਾਊਗਾ ਤੇ ਉਹ ਆ ਸਕਦਾ। ਪਰ ਜੇ ਅਪਰੂਵਲ ਹੀ 3 ਮਹੀਨੇ ਬਾਅਦ ਆ ਗਈ ਜਾਂ 6 ਮਹੀਨੇ ਬਾਅਦ ਆ ਗਈ ਤਾਂ ਫਿਰ ਉਹ ਟਾਈਮ ਜਿਹੜਾ ਉਹ ਘੱਟ ਹੈ। ਜੇ ਉਹ ਟਾਈਮ ਕੱਢਾਂਗੇ ਵੀ ਤਾਂ ਵੀ 22 ਸਾਲ ਦਾ ਰਹਿ ਜਾਂਦਾ ਤਾਂ ਉਹ ਨਹੀਂ ਆ ਸਕਦਾ। ਸੋ ਇਸ ਤਰ੍ਹਾਂ ਇਹਦੀ ਕੈਲਕੂਲੇਸ਼ਨ ਹੁੰਦੀ ਹੈ। ਜੇ ਉਹ ਤੁਸੀਂ ਕੈਲਕੂਲੇਸ਼ਨ ਦੇ ਵਿੱਚ ਆਓਗੇ ਤਾਂ ਤੁਸੀਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਕਵਰੇਜ ਲੈ ਸਕਦੇ ਹੋ, ਅਦਰਵਾਈਜ਼ ਨਹੀਂ। ਅਗਲਾ ਸਵਾਲ ਹੈ ਜੀ ਕਿ 2016 ਵਿੱਚ ਮੈਰਿਜ ਕੀਤੀ ਸਿਟੀਜ਼ਨ ਨਾਲ, 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਮਿਲਿਆ, ਹੁਣ ਮੇਰੇ ਕੋਲ 10 ਸਾਲ ਦਾ ਕਾਰਡ ਆਇਆ ਤੇ ਮੈਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦਾ। ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਤੁਸੀਂ ਮਤਲਬ ਸਿਟੀਜ਼ਨ ਨਾਲ ਵਿਆਹ ਉਦੋਂ ਕੀਤਾ, ਤੁਹਾਡੀ ਮੈਰਿਜ ਠੀਕ ਠਾਕ ਚੱਲ ਰਹੀ ਆ, ਤਾਂ ਤੁਸੀਂ ਜੇ ਤੁਹਾਡੇ ਕੋਲ 2 ਸਾਲ ਦਾ ਕਾਰਡ ਆ ਗਿਆ ਤੇ ਹੁਣ ਪੱਕਾ ਆ ਗਿਆ ਪਰਮਾਨੈਂਟ, ਤੁਸੀਂ ਕਰ ਸਕਦੇ ਹੋ। ਕਿਉਂਕਿ ਜਿਹੜਾ ਉਹ 3 ਸਾਲ ਦਾ ਟਾਈਮ ਹੁੰਦਾ ਸਿਟੀਜ਼ਨਸ਼ਿਪ ਲਈ, ਉਹ ਹੁਣ ਤੋਂ ਸ਼ੁਰੂ ਨਹੀਂ ਹੋਣਾ, ਉਹ ਤੁਸੀਂ ਜਦੋਂ ਤੋਂ ਕੰਡੀਸ਼ਨਲ ਰੈਜ਼ੀਡੈਂਟ ਬਣੇ ਹੋ ਉਹ ਤੋਂ ਸ਼ੁਰੂ ਹੋਣਾ। ਸੋ ਜਦੋਂ ਤੁਹਾਨੂੰ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਸੀ ਪਹਿਲਾਂ, ਉਹ ਡੇਟ ਤੋਂ ਤੁਸੀਂ 3 ਸਾਲ ਬਾਅਦ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੇ ਹਸਬੈਂਡ ਦਾ 2018 'ਚ ਅਪਲਾਈ ਕੀਤਾ ਜੀ, ਮੈਂ ਸਿਟੀਜ਼ਨ ਆ, ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ। ਬਿਲਕੁਲ ਠੀਕ ਆ ਜੀ, ਅੱਜ ਕੱਲ੍ਹ ਕਾਫੀ ਟਾਈਮ ਲੱਗ ਰਿਹਾ, ਤੁਹਾਨੂੰ ਉੱਥੇ ਇਨਕੁਆਇਰੀ ਕਰਨੀ ਪੈਣੀ ਆ, ਪਤਾ ਕਰੋ ਉਹਨੂੰ, ਉਹ ਕਾਫੀ ਜ਼ਿਆਦਾ ਡਿਲੇ ਹੈਗੀ, ਇਹ 'ਚ ਕੋਈ ਸ਼ੱਕ ਨਹੀਂ। ਕਈ ਸਰਵਿਸ ਸੈਂਟਰਾਂ ਦੇ ਵਿੱਚ ਤਾਂ 2.5-3 ਸਾਲ ਦੀ ਵੀ ਡਿਲੇ ਹੈਗੀ ਆ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ ਦੇ ਵਿੱਚ ਜਿਹੜਾ ਹੈਗਾ ਉਹ ਜਦੋਂ ਅਸੀਂ ਪਤਾ ਕਰਦੇ ਹਾਂ ਤਾਂ NVC ਸ਼ੋਅ ਹੋ ਰਿਹਾ ਕਿ ਅਜੇ ਵੇਟ ਕਰੋ। ਹਾਂਜੀ, ਕਿਉਂਕਿ ਜੇ ਤੁਹਾਡੀ ਜਿਹੜੀ ਹੈਗੀ ਆ ਉਹ ਡਾਕੂਮੈਂਟਸ ਅਜੇ ਮੰਗਣ ਦੀ ਡੇਟ ਨਹੀਂ ਆਈ ਤਾਂ ਉਹ ਤੁਹਾਡੇ ਕੋਲੋਂ ਫੀਸ ਵਗੈਰਾ ਨਹੀਂ ਲੈਣਗੇ ਜਾਂ ਖੁੱਲ੍ਹੇਗਾ ਹੀ ਨਹੀਂ ਪੋਰਟਲ। ਜੋ ਤੁਹਾਡੀ ਡੇਟ ਜਿਹੜੀ ਹੈਗੀ ਡਾਕੂਮੈਂਟ ਲੈਣ ਦੀ ਆਏਗੀ ਵਾਰੀ, ਉਦੋਂ ਕਰਨਾ। ਜਿਵੇਂ ਹੁਣ ਇਸ ਟਾਈਮ 'ਤੇ ਜਿਹੜੇ ਡਾਕੂਮੈਂਟਸ ਹੈਗੇ F4 ਕੈਟੇਗਰੀ 'ਚ, ਉਹ ਇਹ ਲੈ ਰਹੇ ਆ ਜਨਵਰੀ 1 2006 ਦੇ। ਸੋ ਉਹੀ ਫੀਸਾਂ ਵਗੈਰਾ ਪੇ ਕਰ ਸਕਦੇ ਆ, ਜਿਹੜੇ ਬਾਅਦ ਦੇ ਆ ਉਹ ਨਹੀਂ ਕਰ ਸਕਦੇ। ਅਗਲਾ ਸਵਾਲ ਹੈ ਜੀ ਕਿ ਜਿਹੜਾ ਰਿਫਾਰਮ ਹੈਗਾ ਪਾਸ ਹੋਣ ਦਾ, ਇਹਦੇ 'ਚ ਕਿੰਨਾ ਕੁ ਚਾਂਸ ਆ? ਇਹਦੇ ਬਾਰੇ ਜੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਚਾਂਸ ਵੈਸੇ ਘੱਟ ਲੱਗਦੇ ਆ, ਕਿਉਂਕਿ ਜਿਸ ਤਰ੍ਹਾਂ ਸੈਨੇਟ ਪਾਰਲੀਮੈਂਟੇਰੀਅਨ ਨੇ ਨਾਂਹ ਕਰਤੀ ਆ, ਸੋ ਉਮੀਦ ਬਹੁਤ ਘੱਟ ਹੈ। ਪਰ ਦੇਖੋ, ਸ਼ਾਇਦ ਜੇ ਡੈਮੋਕ੍ਰੈਟਿਕ ਪਾਰਟੀ ਲੀਡਰਸ਼ਿਪ ਨੂੰ ਲੱਗੇਗਾ, ਉਹਨਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਹੋਏਗਾ ਸਾਰੇ ਅੱਡ-ਅੱਡ ਗਰੁੱਪਾਂ ਦਾ ਵੀ ਇਹ ਕਰਨਾ ਹੀ ਕਰਨਾ, ਤਾਂ ਕੀ ਕਰਦੇ ਆ। ਪਰ ਉਮੀਦ ਜਿਹੜੀ ਘੱਟ ਹੈਗੀ ਆ, ਪਰ ਚਾਂਸ ਅਜੇ ਵੀ ਹੈਗਾ। ਜੇ ਮੈਂ ਇਹ ਨਹੀਂ ਕਹਿ ਸਕਦਾ ਬਿਲਕੁਲ ਚਾਂਸ ਨਹੀਂ ਆ। ਸੋ ਕੋਸ਼ਿਸ਼ ਬਹੁਤ ਹੋ ਰਹੀ ਹੈ, ਜਿਹੜੇ ਲੀਡਰ ਚਾਹੁੰਦੇ ਆ ਕਰਨਾ, ਸੋ ਹੋ ਸਕਦਾ ਕਰ ਲੈਣ, ਪਰ ਅੱਗੇ ਨਾਲੋਂ ਚਾਂਸ ਘੱਟ ਆ। ਅਗਲਾ ਸਵਾਲ ਹੈ ਜੀ ਕਿ ਮੈਂ I-730 ਕੇਸ ਕੀਤਾ ਸੀ ਨਬਰਾਸਕਾ ਸਰਵਿਸ ਸੈਂਟਰ, 14 ਮਹੀਨੇ ਹੋ ਗਏ, ਇਹਨੂੰ ਹੋਰ ਟਾਈਮ ਲੱਗੂਗਾ ਜੀ, ਇਹਨੂੰ ਤਾਂ ਅੱਜ ਕੱਲ੍ਹ 2.5 ਤੋਂ 3 ਸਾਲ ਲੱਗ ਰਹੇ ਆ, ਸੋ ਇਸ ਕਰਕੇ ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਹੈ ਜੀ ਕਿ ਜੇ ਅਸਾਈਲਮ ਦਾ ਕੇਸ ਚੱਲ ਰਿਹਾ ਹੋਵੇ ਤੇ ਵਿਆਹ ਕਰਵਾ ਕੇ ਪੱਕਾ ਹੋ ਸਕਦਾ। ਇਹ ਡਿਪੈਂਡ ਕਰਦਾ ਤੁਹਾਡੀ ਐਂਟਰੀ ਕਿਵੇਂ ਆ ਜੀ। ਜੇ ਤੁਹਾਡੀ ਐਂਟਰੀ ਵੀਜ਼ੇ 'ਤੇ ਆ, ਤੁਸੀਂ ਵੀਜ਼ਾ ਲੈ ਕੇ ਆਏ ਹੋ ਜਾਂ ਸਟੂਡੈਂਟ ਵੀਜ਼ੇ 'ਤੇ ਆਏ ਹੋ ਜਾਂ ਵਿਜ਼ਟਰ ਵੀਜ਼ਾ B1 B2, ਤਾਂ ਤੁਸੀਂ ਵਿਆਹ ਕਰਾ ਕੇ ਜੇ US ਸਿਟੀਜ਼ਨ ਨਾਲ ਕਰਾਓ ਤਾਂ ਇੱਥੇ ਪੱਕੇ ਹੋ ਸਕਦੇ ਹੋ। ਪਰ ਜੇ ਤੁਹਾਡੀ ਐਂਟਰੀ ਜਿਹੜੀ ਆ ਉਹ ਇਲੀਗਲ ਹੈਗੀ, ਤੁਸੀਂ ਬਾਰਡਰ ਕ੍ਰੋਸ ਕਰਕੇ ਆਏ ਜਾਂ ਉੱਦਾਂ ਹੀ ਆ ਗਏ, ਤਾਂ ਫਿਰ ਤੁਸੀਂ ਵਿਆਹ ਕਰਾ ਕੇ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਉਹ ਪੱਕੇ ਨਹੀਂ ਹੋ ਸਕਦੇ। ਵਿਆਹ ਕਰਾ ਸਕਦੇ ਹੋ, ਪਰ ਤੁਹਾਨੂੰ ਇੰਟਰਵਿਊ ਦੇਣ ਇੰਡੀਆ ਜਾਣਾ ਪੈਣਾ। ਉਹ 'ਚ ਦੇਖਣਾ ਪੈਣਾ ਵੀ 601A ਵੇਵਰ ਤੁਸੀਂ ਲੈ ਸਕਦੇ ਹੋ ਕਿ ਨਹੀਂ। ਕਈ ਬੰਦੇ 601A ਵੇਵਰ ਲੈ ਸਕਦੇ ਆ, ਕਈ ਨਹੀਂ। ਅਤੇ ਜੇ ਉਹ ਮਿਲ ਜਾਵੇ ਤਾਂ ਫਿਰ ਉੱਥੇ ਥੋੜ੍ਹੀ ਦੇਰ ਰਹਿਣਾ ਪੈਂਦਾ। ਜੇ ਨਾ ਮਿਲੇ ਤਾਂ ਉੱਥੋਂ ਜਾ ਕੇ ਫਿਰ ਐਮਬੈਸੀ 'ਚ 601 ਵੇਵਰ ਫਾਈਲ ਕਰਨਾ ਪੈਂਦਾ। ਉੱਥੇ ਸਾਲ, 6 ਮਹੀਨੇ, 8 ਮਹੀਨੇ, ਸਾਲ, 1.5 ਸਾਲ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਸਿਟੀਜ਼ਨ ਸਪਾਊਸ ਕੇਸ ਬਾਰੇ ਜਿਹੜਾ ਦੱਸੋ ਕੀ ਟਾਈਮ ਚੱਲ ਰਿਹਾ। ਇਹਨੂੰ ਕਾਫੀ ਅੱਜ ਕੱਲ੍ਹ ਡਿਲੇ ਹੈ ਜੀ।
ਹੈ ਤਾਂ ਕਰੰਟ ਆ ਕੈਟਾਗਰੀ 'ਚ, ਕੋਈ ਵੇਟਿੰਗ ਪੀਰੀਅਡ ਨਹੀਂ ਹੈ, ਪਰ ਵੈਸੇ ਹੀ ਸਰਵਿਸ ਸੈਂਟਰਾਂ ਦੇ ਵਿੱਚ ਪਹਿਲਾਂ ਤਾਂ ਇੱਥੇ ਵੇਟ ਬੜੀ ਆ, ਫਿਰ ਉੱਥੇ ਇੰਟਰਵਿਊ ਨਹੀਂ ਆ ਰਹੀਆਂ, ਕਾफ़ी ਜ਼ਿਆਦਾ ਇਹਦੇ ਵਿੱਚ ਡਿਲੇ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੇ ਫਾਦਰ USA ਸਿਟੀਜ਼ਨ ਨੇ, ਸਾਡਾ ਕੇਸ ਅਕਤੂਬਰ 15 ਵਿੱਚ ਲੱਗਿਆ ਸੀ, ਉਹਨਾਂ ਨੂੰ ਪੈਨਸ਼ਨ, ਫੂਡ ਸਟੈਂਪ, ਮੈਡੀਕਲ ਸਹੂਲਤਾਂ ਸਾਰੀਆਂ ਜਿਹੜੀਆਂ ਨੇ ਉਹ ਲੈ ਰਹੇ ਨੇ, ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਹਾਂਜੀ, ਪ੍ਰੋਬਲਮ ਆ ਸਕਦੀ ਆ, ਕਿਉਂਕਿ ਇਹਦੇ ਵਿੱਚ ਇਹ ਦੇਖਣਾ ਪੈਂਦਾ ਵੀ ਉਹ ਕੋਈ ਪਬਲਿਕ ਚਾਰਜ ਨਾ ਬਣਨ। ਸੋ ਪਬਲਿਕ ਚਾਰਜ ਦਾ ਇੱਕ ਰੂਲ ਹੈ, ਉਹਦੇ ਵਿੱਚ ਤੁਸੀਂ ਜਿਹੜੀਆਂ ਫੂਡ ਸਟੈਂਪਾਂ ਵਗੈਰਾ ਹੁੰਦੀਆਂ, ਸਰਕਾਰੀ ਜਿਹੜੀ ਇਮਦਾਦ ਆ ਉਹ ਨਹੀਂ ਲੈ ਸਕਦੇ। ਜੇ ਲਓਗੇ ਤਾਂ ਫਿਰ ਤੁਹਾਡਾ ਜਿਹੜਾ ਵੀਜ਼ਾ ਹੈਗਾ ਤੁਹਾਡੇ ਰਿਲੇਟਿਵ ਦਾ ਉਹ ਡਿਨਾਈ ਕੀਤਾ ਜਾ ਸਕਦਾ। ਅਗਲਾ ਸਵਾਲ ਹੈ ਜੀ ਕਿ ਮੇਰੀ ਇੰਟਰਵਿਊ ਹੋ ਗਈ ਆ ਪਰ ਅਜੇ ਤੱਕ ਰਿਜ਼ਲਟ ਨਹੀਂ ਆਇਆ। ਇਹ ਹੁਣ ਡਿਪੈਂਡ ਕਰੂਗਾ ਕਿਹੜੀ ਚੀਜ਼ ਦੀ ਇੰਟਰਵਿਊ ਹੋਈ ਹੈ। ਜੇ ਸਿਟੀਜ਼ਨਸ਼ਿਪ ਦੀ ਹੋਈ ਹੈ ਉਹਦਾ ਰਿਜ਼ਲਟ ਛੇਤੀ ਆ ਜਾਂਦਾ, ਪਰ ਜੇ ਅਸਾਈਲਮ ਦੀ ਇੰਟਰਵਿਊ ਹੋਈ ਹੈ ਉਹਨੂੰ ਤਾਂ ਕਈ ਵਾਰੀ ਕਾਫੀ ਟਾਈਮ ਲੱਗ ਜਾਂਦਾ ਰਿਜ਼ਲਟ ਆਉਣ ਨੂੰ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਰਿਮੇਨ ਇਨ ਮੈਕਸੀਕੋ ਪਾਲਿਸੀ ਵਿੱਚ ਪੰਜਾਬੀਆਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਕਿ ਨਹੀਂ? ਮੈਂ ਦੱਸ ਕੇ ਹਟਿਆ ਜੀ ਕਿ ਹੁਣ ਰੀਸੈਂਟ ਜਿਹੜੇ ਬੰਦੇ ਆ ਰਹੇ ਆ ਪੰਜਾਬ ਤੋਂ ਰਿਮੇਨ ਇਨ ਮੈਕਸੀਕੋ ਪਾਲਿਸੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ, ਉਹਨਾਂ 'ਤੇ ਲਾਗੂ ਨਹੀਂ ਹੋਈ, ਉਹ ਸਿੱਧਾ ਆ ਜਾਂਦੇ ਨੇ। ਅਤੇ ਅਸੀਂ ਬੰਦੇ ਪਿੱਛੇ ਕਢਾਏ ਆ ਅਤੇ ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਆਈ। ਉਹ ਆ ਕੇ ਅਤੇ ਉਹਨਾਂ ਨੂੰ ਸਿੱਧਾ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਹੈਗੀ ਇੱਥੇ ਚੌਂਕੀ 'ਚ ਹੋ ਜਾਂਦੀ, ਜਿਹਨੂੰ ਚੌਂਕੀ ਕਹਿੰਦੇ, ਕੈਂਪ ਹੁੰਦਾ ਇਮੀਗ੍ਰੇਸ਼ਨ ਦਾ ਬੇਸਿਕਲੀ। ਸੋ ਕਈਆਂ ਨੂੰ ਤਾਂ ਆਈਸ ਵਾਲੇ ਛੱਡ ਦਿੰਦੇ, ਕਈਆਂ ਨੂੰ ਇਮੀਗ੍ਰੇਸ਼ਨ ਜੱਜ ਅੱਗੇ ਪੇਸ਼ ਕਰਦੇ ਆ, ਉੱਥੇ ਬੌਂਡ ਵਗੈਰਾ ਹੁੰਦਾ, ਲੇਕਿਨ ਉਹਨਾਂ ਨੂੰ ਮੈਕਸੀਕੋ ਰਹਿ ਕੇ ਕੇਸ ਨਹੀਂ ਲੜਨਾ ਪੈਂਦਾ। ਸੋ ਇਹ ਉਹਨਾਂ 'ਤੇ ਲਾਗੂ ਅਜੇ ਤੱਕ ਨਹੀਂ ਹੋਈ। ਸੋ ਅਜੇ ਤੱਕ ਉਹ ਆ ਰਹੇ ਨੇ, ਅਤੇ ਪਰ ਫਿਰ ਵੀ ਮੈਂ ਇਹ ਸਾਰਿਆਂ ਨੂੰ ਕਹੂੰਗਾ ਵੀ ਇਸ ਤਰੀਕੇ ਨਾਲ ਨਾ ਆਓ, ਇਹ ਤਰੀਕਾ ਗਲਤ ਹੈ, ਗੈਰ ਕਾਨੂੰਨੀ ਆ, ਅਤੇ ਪਲੱਸ ਉਹ ਵੀ ਖਤਰਨਾਕ ਹੈ। ਸੋ ਸਹੀ ਤਰੀਕੇ ਨਾਲ ਹੀ ਅਮਰੀਕਾ ਆਉਣਾ ਚਾਹੀਦਾ, ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ 601A ਦਾ ਵੇਟਿੰਗ ਟਾਈਮ ਕਿੰਨਾ? ਇਹਦਾ ਵੀ ਵੇਟਿੰਗ ਟਾਈਮ ਹੈਗਾ ਜੀ, ਕਿਉਂਕਿ ਡਿਪੈਂਡ ਕਰਦਾ ਸਿਚੁਏਸ਼ਨ ਕੀ ਹੈ। ਪਹਿਲਾਂ ਤਾਂ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਕੇਸ ਨੂੰ ਟਰਮੀਨੇਟ ਕਰਾਉਣੀਆਂ ਪੈਂਦੀਆਂ ਪ੍ਰੋਸੀਡਿੰਗਸ, ਉਸ ਤੋਂ ਬਾਅਦ ਇਹ ਅਪਲਾਈ ਕਰਨਾ ਪੈਂਦਾ। ਇਹਨੂੰ ਐਨੀਵੇਅਰ ਬਿਟਵੀਨ 6 ਮਹੀਨੇ ਸਾਲ ਲੱਗ ਸਕਦਾ, ਪਰ ਜ਼ਿਆਦਾ ਟਾਈਮ ਵੀ ਲੱਗ ਸਕਦਾ। ਅੱਜ ਕੱਲ੍ਹ ਸਾਰੀ ਜਿਹੜੀ ਪ੍ਰੋਸੈਸਿੰਗ ਸਲੋ ਆ। ਅਗਲਾ ਸਵਾਲ ਹੈ ਜੀ ਕਿ ਇੱਕ ਵਾਰ ਜੇ USA ਦੀ ਇੰਟਰਵਿਊ 'ਚ ਰਿਜੈਕਸ਼ਨ ਆ ਜਾਵੇ ਤਾਂ ਦੁਬਾਰਾ ਹੋ ਸਕਦੀ ਹੈ? ਇਹ ਡਿਪੈਂਡ ਕਰਦਾ ਜੀ, ਜੇ ਤਾਂ ਵਿਜ਼ਟਰ ਵੀਜ਼ਾ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਦੁਬਾਰਾ ਚਾਂਸ ਘੱਟ ਹੈ, ਇੱਕਦਮ ਨਾ ਅਪਲਾਈ ਕਰੋ। ਅਤੇ ਉੱਦਾਂ ਜਿੰਨੀ ਦੇਰ ਰੋਕਣ ਨਾ ਤੁਸੀਂ ਦੁਬਾਰਾ ਲੈ ਸਕਦੇ ਹੋ ਅਪਲਾਈ ਕਰਕੇ, ਪਰ ਜੂਰੀ ਨਹੀਂ ਵੀ ਮਿਲੇ। ਸੋ ਇਸ ਕਰਕੇ ਜੇ ਇੱਕ ਵਾਰ ਰਿਜੈਕਟ ਹੋ ਗਿਆ ਤਾਂ ਦੁਬਾਰਾ ਫਿਰ ਰਿਜੈਕਟ ਹੋਣ ਦੇ ਚਾਂਸ ਕਾਫੀ ਵੱਧ ਜਾਂਦੇ ਆ। ਸੋ ਇੱਕਦਮ ਨਹੀਂ ਦੁਬਾਰਾ ਅਪਲਾਈ ਕਰਨਾ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਸਾਡਾ ਅਸਾਈਲਮ ਕੇਸ 2016 ਫਰਵਰੀ 'ਚ ਲੱਗਿਆ, ਪਹਿਲੀ ਇੰਟਰਵਿਊ ਅਜੇ ਤੱਕ ਨਹੀਂ ਆਈ। ਹਾਂਜੀ ਬਿਲਕੁਲ, ਇਹ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਰੋਕਤੀਆਂ ਸੀ ਇੰਟਰਵਿਊਆਂ ਵੀ 18 ਤੋਂ ਪਹਿਲਾਂ ਨੂੰ ਨਹੀਂ ਦੇਣੀਆਂ, ਪਰ ਇਹਨਾਂ ਨੇ ਹੁਣ ਉਹ ਰੂਲ ਖਤਮ ਕਰਤਾ। ਸੋ ਹੁਣ ਇੰਟਰਵਿਊਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਮੈਂ ਇੰਟਰਵਿਊਆਂ ਕਢਾਈਆਂ ਦਸੰਬਰ ਦੇ ਵਿੱਚ, ਕੁਝ ਬੰਦਿਆਂ ਜਿਹਨਾਂ ਦੀ ਡੇਟਾ ਪਹਿਲਾਂ ਸੀ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਆਪਣੀ ਇੰਟਰਵਿਊ ਡੇਟ ਜਿਹੜੀ ਲੈ ਸਕਦੇ ਹੋ ਅਸਾਈਲਮ ਆਫਿਸ ਵਾਲਿਆਂ ਨੂੰ। ਅਗਲਾ ਸਵਾਲ ਹੈ ਜੀ ਕਿ ਤੁਸੀਂ ਜਿਹੜੀ ਇਹ ਦੱਸੋ ਕਿ ਯੂ ਵੀਜ਼ੇ ਦਾ ਜਿਹੜਾ ਵਰਕ ਪਰਮਿਟ ਉਹ ਕਦ ਤੱਕ ਆਉਂਦਾ? ਉਹ ਅਪਲਾਈ ਤਾਂ ਹੋ ਰਹੇ ਆ ਹੁਣ ਯੂ ਵੀਜ਼ੇ ਦੇ ਵਰਕ ਪਰਮਿਟ 'ਤੇ ਆ ਵੀ ਰਹੇ ਨੇ, ਲੇਕਿਨ ਪਹਿਲਾਂ ਤਾਂ ਇਹਨਾਂ ਨੇ ਕਾਫੀ ਸਲੋ ਸੀਗਾ ਪ੍ਰੋਸੈਸ, ਕਿਉਂਕਿ ਇਹਨੂੰ ਬਹੁਤ ਸਾਲ ਲੱਗਦੇ ਆ। ਪਰ ਹੁਣ ਅਸੀਂ ਕੁਝ ਬੰਦਿਆਂ ਦੇ ਕੀਤੇ ਅਪਲਾਈ, ਉਹਨਾਂ ਦੇ ਆਏ ਆ ਵਰਕ ਪਰਮਿਟ। ਅਗਲਾ ਸਵਾਲ ਹੈ ਜੀ ਕਿ F4 ਕੇਸ 2006 'ਚ ਅਪਲਾਈ ਕੀਤਾ ਸੀਗਾ ਜਨਵਰੀ 3 ਨੂੰ, ਅਤੇ ਅਜੇ ਤੱਕ ਕਿੰਨਾ ਟਾਈਮ ਲੱਗੂਗਾ? ਅਜੇ ਉੱਥੇ ਰੁਕਿਆ ਜੀ ਕੰਮ, ਅੱਗੇ ਨਹੀਂ ਤੁਰਿਆ। ਸੋ ਡਾਕੂਮੈਂਟ ਤਾਂ ਮੰਗ ਰਹੇ ਨੇ ਜਨਵਰੀ ਵਾਲਿਆਂ ਦੇ, ਪਰ ਅਜੇ ਹੁਣ ਪਤਾ ਨਹੀਂ ਕਿੰਨਾ ਟਾਈਮ ਲੱਗੂ। ਜਦੋਂ ਹੁਣ ਇੰਟਰਵਿਊਜ਼ ਵਗੈਰਾ ਰਿਜ਼ਿਊਮ ਹੋਣਗੀਆਂ ਦੁਬਾਰਾ, ਮਤਲਬ ਬੰਬੇ ਹੋਣਗੀਆਂ ਜਾਂ ਦਿੱਲੀ ਹੋਣਗੀਆਂ, ਉਸ ਤੋਂ ਬਾਅਦ ਹੀ ਅੱਗੇ ਪਤਾ ਚੱਲੇਗਾ। ਅਗਲਾ ਸਵਾਲ ਹੈ ਜੀ ਕਿ ਮੇਰਾ ਜਿਹੜੀ ਵਾਈਫ ਸਿਟੀਜ਼ਨ ਹੈ ਉਹਨੇ 7 ਜਨਵਰੀ 21 ਨੂੰ ਇੰਟਰਵਿਊ ਦੀ ਈਮੇਲ ਆਈ ਸੀ, ਪਰ ਇੰਟਰਵਿਊ ਡੇਟ ਨਹੀਂ ਆਈ। ਅਜੇ ਡੇਟਾਂ ਜਿਹੜੀਆਂ ਹੈਗੀਆਂ ਉਹ ਨਹੀਂ ਆ ਰਹੀਆਂ, ਸੋ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਅਤੇ ਤੁਹਾਡੀ ਉੱਦਾਂ ਜਿਹੜੀ ਕੈਟਾਗਰੀ ਦਾ ਕਰੰਟ ਆ, ਜਿਹੜਾ US ਸਿਟੀਜ਼ਨ ਦਾ ਹਸਬੈਂਡ ਵਾਈਫ ਦਾ ਕੇਸ ਆ, ਫਸਟ ਪ੍ਰੈਫਰੈਂਸ ਕੈਟਾਗਰੀ ਕਰੰਟ ਹੈ, 'ਚ ਕੋਈ ਪ੍ਰਾਇਓਰਟੀ ਜਾਂ ਵੇਟ ਨਹੀਂ ਆ, ਪਰ ਕਿਉਂਕਿ ਉੱਥੇ ਇੰਟਰਵਿਊ ਨਹੀਂ ਦੇ ਰਹੇ ਉਹਦੇ ਕਰਕੇ ਡਿਲੇ ਹੈਗੀ ਆ। ਅਗਲਾ ਸਵਾਲ ਹੈ ਜੀ C1D ਵੀਜ਼ੇ ਬਾਰੇ ਜਾਣਕਾਰੀ ਦਿਓ। ਜਿਹੜਾ C1D ਵੀਜ਼ਾ ਹੁੰਦਾ ਇਹ ਸੀਮੈਨ ਦਾ ਵੀਜ਼ਾ ਹੁੰਦਾ, ਜਿਹੜੇ ਕਿ ਸ਼ਿਪ 'ਤੇ ਕੰਮ ਕਰਦੇ ਆ ਲੋਕ, ਚਾਹੇ ਸ਼ਿਪ 'ਤੇ ਕੋਈ ਵੀ ਕੰਮ ਹੋਵੇ ਉਹਨਾਂ ਨੂੰ ਐਂਟਰੀ ਮਿਲਦੀ ਆ, ਲੇਕਿਨ ਉਹ ਐਂਟਰੀ 'ਚ ਇੱਥੇ ਉਹ ਆਪਣਾ ਸਟੇਟਸ ਐਡਜਸਟ ਨਹੀਂ ਕਰ ਸਕਦੇ ਵਿਆਹ ਕਰਾ ਕੇ, ਨਾ ਉਹ ਸਿਟੀਜ਼ਨ ਨਾਲ ਵਿਆਹ ਕਰਾ ਕੇ ਪੱਕੇ ਹੋ ਸਕਦੇ, ਨਾ ਹੋਰ ਕਿਸੇ ਤਰੀਕੇ ਨਾਲ। ਸਿਰਫ ਉਹ ਇੱਕ ਚੀਜ਼ ਕਰ ਸਕਦੇ, ਜੇ ਇੱਥੇ ਉਹਨਾਂ ਨੂੰ ਖਤਰਾ ਕੋਈ ਹੈਗਾ ਪੋਲੀਟੀਕਲ ਅਸਾਈਲਮ ਦਾ ਕੇਸ ਕਰ ਸਕਦੇ ਆ। ਅਤੇ ਇਹ C1D ਵੀਜ਼ਾ, ਅਤੇ ਬੇਸਿਕਲੀ ਜਿਹੜੇ ਸ਼ਿਪ 'ਤੇ ਕੰਮ ਕਰਦੇ ਨੇ, ਜਿਵੇਂ ਮਰਚੈਂਟ ਨੇਵੀ ਵਗੈਰਾ 'ਚ ਬੰਦੇ ਹੁੰਦੇ ਆ, ਵੀ ਚਾਹੇ ਕਿਸੇ ਕੈਟਾਗਰੀ 'ਚ ਵੀ ਹੋਣ, ਚਾਹੇ ਉਹ ਉੱਥੇ ਕੁੱਕ ਹੋਣ, ਸ਼ੈਫ ਹੋਣ, ਜਾਂ ਕਲੀਨਿੰਗ ਦਾ ਕੰਮ ਕਰਦੇ ਹੋਣ, ਜਾਂ ਉਹ ਜਿਹੜੇ ਹੈਗੇ ਇੰਜੀਨੀਅਰ ਹੋਣ ਸ਼ਿਪ 'ਤੇ, ਜਾਂ ਉੱਦਾਂ ਹੀ ਹੈਲਪਰ ਵਰਕਰ ਜੋ ਵੀ ਨੇ, ਅਤੇ ਉਹਨਾਂ ਨੂੰ C1D ਵੀਜ਼ਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ।
ਤੇ ਇੱਕ ਇਹ ਸਵਾਲ ਹੈ ਜੀ ਕਿ ਸੈਲਮ ਕੇਸ ਦੀਆਂ ਡੇਟਾਂ ਕੈਂਸਲ ਹੋ ਰਹੀਆਂ ਨਿਊਯਾਰਕ ਦੇ ਵਿੱਚ, ਉਹਦਾ ਕੀ ਹੱਲ ਆ? ਹਾਂਜੀ, ਨਿਊਯਾਰਕ ਦੇ ਵਿੱਚ ਕਾਫੀ ਡੇਟਾਂ ਕੈਂਸਲ ਹੋ ਰਹੀਆਂ ਨੇ, ਸੈਲਮ ਦੀਆਂ ਮਾਸਟਰ ਵੀ ਹੋ ਰਹੀਆਂ ਨੇ, ਫਾਈਨਲ ਵੀ ਹੋ ਰਹੀਆਂ, ਦੁਬਾਰਾ ਡੇਟਾਂ ਉਹ ਦੇ ਰਹੇ ਨੇ, ਪਰ ਅਜੇ ਤੱਕ ਉਹਨਾਂ ਦਾ ਸਿਸਟਮ ਸਲੋ ਆ, ਤਾਂ ਉਹਨੂੰ ਟਾਈਮ ਲੱਗ ਰਿਹਾ। ਡੇਟਾਂ ਆਉਣਗੀਆਂ, ਦੁਬਾਰਾ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਤੇ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ F4 ਕੈਟਾਗਰੀ ਫਾਸਟ ਕਦੋਂ ਹੋਵੇਗੀ, ਇਹਦੇ ਬਾਰੇ ਦੱਸੋ। F4 ਦਾ ਕੁਝ ਨਹੀਂ ਕਹਿ ਸਕਦੇ ਕਦੋਂ ਫਾਸਟ ਹੋਏਗੀ, ਜੇ ਤਾਂ ਜਿਹੜੀਆਂ ਪਹਿਲੀਆਂ ਡੇਟਾਂ ਅੱਗੇ ਤੁਰੀਆਂ ਹੀ ਨਹੀਂ, ਜਦੋਂ ਤੁਰਨਗੀਆਂ ਫਿਰ ਪਤਾ ਲੱਗੂ ਕਿੰਨੀ ਕੁ ਫਾਸਟ ਹੁੰਦੀ ਹੈ। ਇਹੀ ਹਾਲ F3 ਦਾ। F3 ਵੀ ਅਜੇ 2008 ਹੀ ਚੱਲ ਰਿਹਾ, ਤੇ ਅਜੇ ਕੁਝ ਨਹੀਂ ਕਹਿ ਸਕਦੇ ਕਦੋਂ ਤੇਜ਼ ਹੋਏਗੀ। ਹੁਣ ਆਉਂਦੇ ਮਹੀਨਿਆਂ ਦੇ ਵਿੱਚ ਪਤਾ ਲੱਗੂਗਾ ਕਿ ਕਿੰਨਾ ਕੁ ਫਾਸਟ ਹੁੰਦਾ ਕੰਮ। ਅਗਲਾ ਸਵਾਲ ਹੈ ਜੀ ਕਿ 15 ਸਤੰਬਰ 2005 'ਚ ਅਪਲਾਈ ਕੀਤਾ ਸੀਗਾ, ਤੇ ਹੁਣ ਦੇਖੋ ਸਾਡੀ ਡੇਟ ਕਦੋਂ ਆਉਂਦੀ ਆ। ਕਹਿਣ ਨੂੰ ਤਾਂ ਚੱਲ ਰਿਹਾ 15 ਸਤੰਬਰ 2005 F4 ਕੈਟਾਗਰੀ 'ਚ, ਪਰ ਅਜੇ ਤੱਕ ਜਨਵਰੀ, ਫਰਵਰੀ, ਮਾਰਚ ਵਾਲਿਆਂ ਦੀਆਂ ਵੀ ਡੇਟਾਂ 2005 ਦੀਆਂ ਨਹੀਂ ਆਈਆਂ, ਸੋ ਜੇ ਵੇਟ ਹੀ ਕਰਨੀ ਪੈਣੀ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਸਾਡਾ I-730 ਪਟੀਸ਼ਨ ਨੂੰ 2 ਸਾਲ 3 ਮਹੀਨੇ ਹੋਏ, ਕਿੰਨਾ ਟਾਈਮ ਲੱਗੂਗਾ? I-730 ਪਟੀਸ਼ਨ ਬੇਸਿਕਲੀ ਹੁੰਦੀ ਹੈ ਕਿ ਜਦੋਂ ਅਸੈਲੀ ਰੈਲੇਟਿਵ ਪਟੀਸ਼ਨ ਹੈਗੀ ਕਿ ਕਿਸੇ ਦਾ ਅਸੈਲਮ ਦਾ ਕੇਸ ਪਾਸ ਹੁੰਦਾ, ਉਹ ਆਪਣੇ ਵਾਈਫ ਤੇ ਬੱਚਿਆਂ ਲਈ ਕਰਦਾ। ਇਹਨੂੰ ਅੱਜ ਕੱਲ੍ਹ 2.5 ਤੋਂ 3 ਸਾਲ ਲੱਗ ਰਹੇ ਆ, ਸੋ ਤੁਹਾਨੂੰ ਹੋਰ ਵੇਟ ਕਰਨੀ ਪੈਣੀ ਹੈ ਜੀ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੀ ਵਾਈਫ ਦਾ ਗ੍ਰੀਨ ਕਾਰਡ ਹੋਲਡਰ ਹਾਂ, ਅਤੇ ਮੈਂ ਆਪਣੀ ਵਾਈਫ ਦਾ 28 ਫਰਵਰੀ 2021 ਨੂੰ ਅਪਲਾਈ ਕੀਤਾ ਸੀਗਾ, ਅਤੇ ਕੇਸ ਸਾਡਾ 4 ਮਾਰਚ ਨੂੰ ਲੱਗ ਗਿਆ ਸੀ। ਹੁਣ ਮਤਲਬ ਕਾਫੀ ਟਾਈਮ ਹੋ ਗਿਆ। ਇਹਦੇ ਬਾਰੇ ਉਹੀ ਹੈ ਜੀ, ਜਿਵੇਂ ਆਪਾਂ ਅੱਗੇ ਦੱਸ ਕੇ ਹਟੇ ਹਾਂ ਵੀ ਡੇਟਾ ਅਜੇ ਨਹੀਂ ਆ ਰਹੀਆਂ, ਕਾਫੀ ਟਾਈਮ ਲੱਗ ਰਿਹਾ, ਸੋ ਸਾਰਿਆਂ ਨੂੰ ਵੇਟ ਹੀ ਕਰਨੀ ਪੈਣੀ ਹੈ। ਤੇ ਅਗਲਾ ਸਵਾਲ ਹੈ ਜੀ ਕਿ ਮੇਰੀ ਪਤਨੀ ਨੇ, ਉਹ ਕਹਿੰਦੇ ਭਰਾ ਵੱਲੋਂ 2007 'ਚ ਅਪਲਾਈ ਕੀਤਾ ਹੋਇਆ, ਉਹਦੇ ਭਰਾ ਨੇ, ਅਤੇ ਮੇਰੇ ਬੇਟੇ ਨੂੰ 28 ਸਾਲ ਹੋ ਗਈ, ਕੀ ਕਵਰ ਹੋਏਗਾ? ਇਹ F4 ਕੈਟਾਗਰੀ ਦੀ ਗੱਲ ਕਰ ਰਹੇ ਆ ਜੀ। ਇਹਦੇ 'ਚ ਹੁਣ ਦੇਖਣਾ ਪੈਣਾ ਕਿ ਜਦੋਂ ਕੇਸ ਅਪਲਾਈ ਕੀਤਾ ਸੀਗਾ 2007, ਜਦੋਂ ਅਪਰੂਵਲ ਕਦੋਂ ਆਈ ਆ। ਜੇ ਤਾਂ ਅਪਰੂਵਲ ਇੱਕਦਮ ਹੀ ਆ ਗਈ 5-6 ਮਹੀਨੇ ਸਾਲ ਕੁ ਬਾਅਦ, ਫਿਰ ਤਾਂ ਨਹੀਂ ਕਵਰ ਹੋਣਾ, ਪਰ ਜੇ ਅਪਰੂਵਲ ਟਾਈਮ ਨਾਲ ਆਈ ਆ ਫਿਰ ਇਹ ਜਿਹੜਾ ਹੈਗਾ ਉਹ ਕਵਰ ਹੋ ਸਕਦਾ। ਸੋ ਇਹ ਉਸ ਟਾਈਮ 'ਤੇ ਦੇਖਿਆ ਜਾਏਗਾ। ਅਗਲਾ ਸਵਾਲ ਹੈ ਜੀ ਕਿ ਜਿਹੜੇ ਪੋਲੀਟੀਕਲ ਅਸਾਈਲਮ ਵਾਲਿਆਂ ਦੇ ਕੇਸ ਹੈਗੇ ਆ, ਉਹਨਾਂ ਦੇ ਜਿਹੜੇ ਵਰਕ ਪਰਮਿਟ ਰਿਨਿਊ ਹੋ ਰਹੇ ਆ, ਉਹਨੂੰ ਕਿੰਨਾ ਟਾਈਮ ਲੱਗ ਰਿਹਾ? ਉਹ ਮੈਂ ਦੱਸ ਕੇ ਹਟਿਆ ਜੀ, ਉਹਨੂੰ ਕਾਫੀ ਟਾਈਮ ਲੱਗ ਰਿਹਾ। ਉਹਨੂੰ ਅੱਜ ਕੱਲ੍ਹ 12 ਤੋਂ 13 ਮਹੀਨੇ ਲੱਗ ਰਹੇ ਆ, ਕਾਫੀ ਡਿਲੇ ਆ। ਉਹਦੇ ਬਾਰੇ ਹੀ ਅਸੀਂ ਪਿੱਛੇ ਹੁਣ ਕਾਂਗਰਸਮੈਨ ਮੀਕਸ ਨੂੰ ਮਿਲੇ ਆ, ਜਿਹੜੇ ਕਿ ਫਾਊਂਡੇਸ਼ਨ ਕਮੇਟੀ ਦੇ ਚੇਅਰਮੈਨ ਨੇ। ਉਹਨਾਂ ਨੂੰ ਕਿਹਾ ਕਿ ਇਹ ਟਾਈਮ ਘੱਟ ਹੋਣਾ ਚਾਹੀਦਾ, ਕਿਉਂਕਿ ਜਦੋਂ ਬੰਦਾ ਫਸਟ ਟਾਈਮ ਅਪਲਾਈ ਕਰਦਾ ਉਹਦਾ ਤਾਂ ਛੇਤੀ 2-2.5 ਮਹੀਨੇ 'ਚ ਹੀ ਆ ਜਾਂਦਾ, ਅਤੇ ਜਿਹੜਾ ਹੁਣ ਰਿਨਿਊ ਕਰਾਉਂਦਾ ਉਹਨੂੰ 12 ਮਹੀਨੇ ਲੱਗਦੇ ਆ। ਸੋ ਗਲਤ ਆ, ਸੋ ਇੰਨਾ ਟਾਈਮ ਲੱਗ ਰਿਹਾ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ, ਅਤੇ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਅਤੇ ਅਗਲੇ ਹਫਤੇ ਮਿਲਾਂਗੇ ਜੀ ਇਸੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.